ਸਤਿ ਸ਼੍ਰੀ ਅਕਾਲ ਸਾਨੂੰ ਮੈਂ ਅਸ਼ਪ੍ਰੀਤ ਕੌਰ ਤੇ ਅੱਜ ਆਪਾਂ ਕਰਾਂਗੇ ਕਲਾਸ 12th ਦੇ ਸੈਕੰਡ ਚੈਪਟਰ ਦੀ ਬੀ ਐਕਸਰਸਾਈਜ਼। ਬੀ ਐਕਸਰਸਾਈਜ਼ ਦੇ ਵਿੱਚ ਸਭ ਤੋਂ ਫਸਟ ਕੁਐਸਚਨ ਆਪਣਾ sin ਇਨਵਰਸ sin 2π/3 ਠੀਕ ਹੈ। ਹੁਣ ਤੁਸੀਂ ਦੇਖੋ ਇਹ ਜਿਹੜੀ ਵੈਲਿਊ ਹੈ ਇਹਨਾਂ ਨੇ ਕੀ ਕਿਹਾ ਸੀ, ਦੇਖੋ ਇੱਥੇ ਕੀ sin ਇਨਵਰਸ ਹੈ, sin ਇਨਵਰਸ ਆ ਪਿਆ। ਇਹਨਾਂ ਦੇ ਵਿੱਚ ਵੈਲਿਊ ਹੈ ਜਿਹੜੀ ਉਹ π/2 ਕੀ ਸੀ, ਲਾਸਟ ਸੀ -π/2 ਤੋਂ ਲੈ ਕੇ π/2 ਤੱਕ ਹੀ ਵੈਲਿਊਜ਼ ਪੋਸੀਬਲ ਸੀ, ਬਟ ਇਹ ਵੈਲਿਊ ਕੀ ਹੈ ਉਹਨਾਂ ਤੋਂ ਵੱਡੀ ਹੈ ਠੀਕ ਹੈ। ਤਾਂ ਇਹ ਵੈਲਿਊ ਨੂੰ ਆਪਾਂ ਕੀ ਕਰਨਾ ਹੈ, ਛੋਟੀ ਕਰਕੇ ਲਿਖਣਾ। ਤਾਂ ਉਹ ਆਪਾਂ ਕਿਵੇਂ ਲਿਖ ਸਕਦੇ ਹਾਂ, ਸਭ ਤੋਂ ਪਹਿਲਾਂ ਆਪਾਂ ਲਿਖ ਲਾਂਗੇ sin ਇਨਵਰਸ। ਦੈਨ ਤੁਸੀਂ ਦੇਖੋ ਇੱਥੇ ਕੀ ਆਪਣੇ ਕੋਲ ਨੀਚੇ ਵਾਲੀ ਵੈਲਿਊ ਕੀ ਹੈ, ਵੱਡੀ ਹੈ, ਉੱਪਰ ਵਾਲੀ ਕੀ ਹੈ, ਛੋਟੀ ਹੈ। ਜੇ ਆਪਣੇ ਕੋਲ ਕੀ ਹੋਵੇ, ਨੀਚੇ ਵਾਲੀ ਵੱਡੀ ਹੋਵੇ, ਉੱਪਰ ਵਾਲੀ ਵੈਲਿਊ ਛੋਟੀ ਹੋਵੇ, ਫਿਰ ਆਪਾਂ ਕੀ ਲਾਵਾਂਗੇ, ਮਾਈਨਸ ਲਾਵਾਂਗੇ ਵਿੱਚ, ਮਤਲਬ ਕਿ ਐਲਸੀਐਮ ਦੇ ਵਿੱਚ। ਜੇ ਮੰਨ ਲਓ ਆਪਣੇ ਕੋਲ ਕੀ ਹੁੰਦਾ 2 ਇੱਥੇ ਹੁੰਦਾ 3 ਇੱਥੇ ਹੁੰਦਾ, ਫਿਰ ਆਪਾਂ ਕੀ ਲਾਉਣਾ ਸੀਗਾ, ਇੱਥੇ ਪਲੱਸ ਲਾਉਣਾ ਸੀ ਠੀਕ ਹੈ। ਹੁਣ ਤੁਸੀਂ ਦੇਖੋ ਇਹਨੂੰ ਡਿਵਾਈਡ ਕਰਦੇ ਆ, ਹਮੇਸ਼ਾ ਕੀ ਕਰਨਾ ਹੈ, ਛੋਟੇ ਨੂੰ ਹੀ ਵੱਡੇ ਨਾਲ ਡਿਵਾਈਡ ਕਰਨਾ। ਜਿਵੇਂ ਕਿ ਆਪਣੇ ਕੋਲ 2 ਹੈ ਤਾਂ ਇਹਨੂੰ 3 ਨਾਲ ਡਿਵਾਈਡ ਕੀਤਾ ਤਾਂ 1 ਆ ਗਿਆ, ਆਪਣੇ ਕੋਲ ਰਿਮਾਈਂਡਰ ਵੀ 1 ਆ ਗਿਆ। ਇਹਦੇ ਨਾਲ ਆਪਾਂ ਪਾਈ ਲਾ ਲਾਂਗੇ ਠੀਕ ਹੈ, ਦੋਨਾਂ ਨਾਲ ਪਾਈ ਲਾ ਲਓ। ਜਿਹੜਾ ਆ ਵਾਲਾ ਠੀਕ ਹੈ ਉਹ ਕੱਲਾ ਛੱਡ ਦਾਂਗੇ, ਬਾਕੀ ਦੋਨਾਂ ਦੇ ਨਾਲ ਪਾਈ ਲਾ ਲਾਂਗੇ ਠੀਕ ਹੈ। ਤਾਂ ਦੋਨੋਂ ਇੱਕ ਪਾਈ ਹੀ ਸੀ, ਇਸ ਕਰਕੇ ਆਪਾਂ ਲਿਖ ਲਾਂਗੇ sin ਪਾਈ ਮਾਈਨਸ π/3 ਜਿਹੜਾ ਆਪਣਾ ਨੀਚੇ ਸੀਗਾ ਉਹਨੂੰ ਐਜ਼ ਇਟ ਇਜ਼। ਦੈਨ ਤੁਸੀਂ ਦੇਖੋ ਜੇ ਮੰਨ ਲਓ ਆਪਾਂ ਇਹ ਸੋਲਵ ਕਰੀਏ, ਆਪਾਂ ਕੀ ਬਣਾਇਆ ਪਾਈ ਮਾਈਨਸ π/3 ਬਣਾਇਆ, ਇਹਦਾ ਐਲਸੀਐਮ ਲਓ 3 ਆ ਗਿਆ, ਇਹਨੂੰ ਕ੍ਰਾਸ ਮਲਟੀਪਲਾਈ ਕੀਤਾ 3π ਮਾਈਨਸ ਪਾਈ ਆ ਗਿਆ, ਤਾਂ ਆਨਸਰ ਕੀ ਆ ਗਿਆ 2π/3 ਆ ਗਿਆ, ਜੋ ਕਿ ਆਪਾਂ ਇੱਥੇ ਲਿਆ, ਯਾਨੀ ਕਿ ਐਕਸਪੈਂਡ ਕਰ ਸਕਦੇ ਆ ਠੀਕ ਹੈ। ਦੈਨ ਤੁਸੀਂ ਦੇਖੋ ਆਪਣੇ ਕੋਲ ਕੀ ਹੁੰਦਾ, ਇੱਕ ਚਾਰਟ ਹੁੰਦਾ ਜਿਵੇਂ ਕਿ ਆ ਵਾਲਾ ਠੀਕ ਹੈ, ਇਹਦੇ ਵਿੱਚ ਆ 360 ਹੈ, ਇਹ ਆਪਣੇ ਕੋਲ 180 ਹੈ, 90 ਐਂਡ 270। ਇਧਰ ਆਲ ਟੀ ਰੇਸ਼ੋਜ਼ ਹੈ ਜਿਹੜੀਆਂ ਉਹ ਕੀ ਹੁੰਦੀਆਂ, ਇੱਥੇ ਪੋਜ਼ਿਟਿਵ ਹੁੰਦੀਆਂ ਠੀਕ ਹੈ। ਇਧਰ ਆਪਣਾ ਸਾइन ਤੇ ਕੋਸਿਕੈਂਟ ਹੈ ਜਿਹੜਾ ਉਹ ਪੋਜ਼ਿਟਿਵ ਹੁੰਦਾ, ਇਧਰ ਆਪਣਾ tan ਤੇ cot ਕੀ ਹੁੰਦਾ, ਪੋਜ਼ਿਟਿਵ ਹੁੰਦਾ। ਇਧਰ ਆਪਣਾ cos ਤੇ secant ਕੀ ਹੁੰਦਾ, ਪੋਜ਼ਿਟਿਵ ਹੁੰਦਾ, ਬਾਕੀ ਸਾਰੀਆਂ ਵੈਲਿਊਜ਼ ਨੈਗੇਟਿਵ ਹੁੰਦੀਆਂ ਠੀਕ ਹੈ। ਹੁਣ ਇਹਨੂੰ ਆਪਾਂ ਹੋਰ ਕੀ ਕਹਿ ਦਿੰਦੇ ਆ, ਪਾਈ ਕਹਿ ਦਿੰਦੇ ਆ, ਇਹ ਆ ਜੀ ਇਹਨੂੰ ਆਪਾਂ 2π ਕਹਿ ਦਿੰਦੇ ਆ। ਜਿਵੇਂ ਕਿ ਆਪਣੇ ਕੋਲ ਕੀ ਇੱਥੇ ਪਾਈ ਹੈ, ਪਾਈ ਦੇ ਵਿੱਚੋਂ ਮਾਈਨਸ ਹੈ, ਇੱਕ ਵਾਰੀ ਇਹਨੂੰ ਕੀ ਮੰਨ ਲਓ ਆਪਾਂ ਥੀਟਾ ਮੰਨ ਲਿਆ ਠੀਕ ਹੈ। ਮੰਨ ਲਓ ਆਪਣੇ ਕੋਲ ਕੀ ਹੁੰਦਾ ਪਾਈ ਮਾਈਨਸ ਥੀਟਾ ਹੁੰਦਾ ਜਦੋਂ ਠੀਕ ਹੈ। ਹੁਣ ਤੁਸੀਂ ਦੇਖੋ sin ਪਾਈ ਮਾਈਨਸ ਥੀਟਾ, ਪਾਈ ਨੂੰ ਆਪਾਂ ਹੋਰ ਕੀ ਲਿਖ ਸਕਦੇ ਆ, 180 ਲਿਖ ਸਕਦੇ ਆ, ਮਾਈਨਸ ਹੈ ਇਸ ਕਰਕੇ ਆਪਾਂ ਪਿੱਛੇ ਨੂੰ ਜਾਵਾਂਗੇ, ਜੇ ਆਪਣੇ ਕੋਲ ਪਲੱਸ ਹੁੰਦਾ ਤਾਂ ਨੀਚੇ ਨੂੰ ਆਉਂਦੇ ਠੀਕ ਹੈ। ਮਾਈਨਸ ਸੀਗਾ ਤਾਂ ਆਹ ਕੁਆਡਰੈਂਟ ਹੋ ਗਿਆ, ਯਾਨੀ ਕਿ ਸੈਕੰਡ ਕੁਆਡਰੈਂਟ। ਸੈਕੰਡ ਕੁਆਡਰੈਂਟ ਦੇ ਵਿੱਚ ਕੀ ਹੈ, ਸਾइन ਹੈ, साइन अपना की पॉजिटिव है, यानी कि जो अपना साइन की वैल्यू होगी वो भी की होगी पॉजिटिव होगी। आ अपनी जो वैल्यू होंगी है खत्म ही हो जाती है बाद ठीक है। अपने को आंसर दे विच क्या गया साइन एंड अपने को रह की गया थे π/3 रह गया सिर्फ ठीक है। इनू आपां कट ही देवांगे क्योंकि आपां देख चुके हैं, क्वाड्रेंट आपां चेक कर चुके हैं, इस करके आ अपना पाई गायब हो जाएगा। हुण साइन ना साइन की कैंसिल हो गया, आंसर कितना आ गया π/3 आ गया। साइन ना साइन क्यों कैंसिल होया, क्योंकि देखो अपने कोल यह साइन इनवर्स है, मान लो अपने कोल 1/sin है ठीक है। हुण तुसीं देखो जे ये साइन नूं आपां ऊपर लै जाइए ठीक है ਤਾਂ ਉੱਥੇ ਵੈਲਿਊ ਕੀ ਬਣ ਜਾਂਦੀ ਹੁੰਦੀ ਹੈ, ਸਾइन ਇਨਵਰਸ ਬਣ ਜਾਂਦੀ ਹੁੰਦੀ ਹੈ, ਯਾਨੀ ਕਿ sin -1 ਤੁਸੀਂ ਇਹਨੂੰ ਨਹੀਂ ਰੀਡ ਕਰੋਗੇ, ਕੀ ਰੀਡ ਕਰੋਗੇ साइन इनवर्स रीड करोगे ਤੇ ਮਲਟੀਪਲਾਈ ਦੇ ਵਿੱਚ ਕੀ ਸਾइन ਹੈ। ਹੁਣ ਇੱਥੇ ਕੀ ਹੈ, ਉੱਪਰ ਸਾइन है नीचे साइन है, साइन ਨਾਲ साइन जो भी कैंसिल हो गई, क्योंकि कोई भी चीज है ਜੇ ਮੰਨ ਲਓ ਮਲਟੀਪਲਾਈ ਦੇ ਵਿੱਚ ਵੀ ਹੈ ਡਿਵਾਈਡ ਦੇ ਵਿੱਚ ਵੀ ਹੈ ਠੀਕ ਹੈ, ਉਹ ਕੈਂਸਲ ਹੋ ਜਾਂਦੀ। ਜਿਵੇਂ ਆਪਣੇ ਕੋਲ ਜੇ ਇੱਥੇ 2 ਹੁੰਦਾ ਤੇ 1/2 ਹੁੰਦਾ ਤਾਂ ਉਹ ਵੀ ਕੈਂਸਲ ਹੋ ਜਾਂਦੇ, ਤਾਂ ਐਵੇਂ ਹੀ ਸਾइन ਨਾਲ ਸਾइन ਕੀ ਹੋ ਗਿਆ, ਕੈਂਸਲ ਹੋ ਗਿਆ ਠੀਕ ਹੈ। ਹੁਣ ਆਪਾਂ ਕਰਦੇ ਹਾਂ ਦਾ ਸੈਕੰਡ ਪਾਰਟ। ਸੈਕੰਡ ਪਾਰਟ ਦੇ ਵਿੱਚ ਆਪਣੇ ਕੋਲ ਕੀ ਹੈ, ਨੀਚੇ ਵਾਲੀ ਵੈਲਿਊ ਕੀ ਹੈ, ਵੱਡੀ ਹੈ, यानी कि ਆਪਾਂ ਕੀ ਲਵਾਂਗੇ ਮਾਈਨਸ ਲਵਾਂਗੇ। ਜੇ ਇੱਥੇ ਆਪਣੇ ਕੋਲ ਕੀ ਹੁੰਦਾ 3 ਹੁੰਦਾ, ਇੱਥੇ 5 ਹੁੰਦਾ, ਫਿਰ ਆਪਾਂ ਪਲੱਸ ਲੈਣਾ ਸੀ ਠੀਕ ਹੈ। ਹੁਣ ਤੁਸੀਂ ਦੇਖੋ ਆਪਾਂ ਇਹਨੂੰ ਐਜ਼ ਇਟ ਇਜ਼ ਲਿਖ ਲਾਂਗੇ, ਸਾइन ਨੂੰ ਵੀ ਐਜ਼ ਇਟ ਇਜ਼ ਲਿਖ ਲਾਂਗੇ, ਇਹਨੂੰ ਆਪਾਂ ਡਿਵਾਈਡ ਕਰ ਦਾਂਗੇ 5 ਅੰਦਰ ਆਊਗਾ, ਜਿਹੜੀ ਛੋਟੀ ਵੈਲਿਊ ਹੋਊਗੀ ਦੋਨਾਂ ਚੋਂ ਕੋਈ ਵੀ ਛੋਟੀ ਹੈ ਠੀਕ ਹੈ, ਉਹਨੂੰ ਆਪਾਂ ਇੱਧਰ ਲਿਖਾਂਗੇ ਤੇ ਜਿਹੜੀ ਵੱਡੀ ਹੋਊਗੀ ਉਹਨੂੰ ਆਪਾਂ ਇੱਥੇ ਲਿਖਾਂਗੇ ਠੀਕ ਹੈ। ਹੁਣ ਇਹਨੂੰ ਡਿਵਾਈਡ ਕਰ ਲਓ 1 ਤੇ एंड इत्थे आ गया 3 एंड 2 रिमाइंडर बच गया, उहदे नाल पाई ला लांगे, इधर भी पाई ला लांगे। जेडी इत्थे फर्स्ट वैल्यू होगी वो इत्थे फर्स्ट ते लगूगी, यानी कि इत्थे किसी पाई सीगा तो पाई लग गया, फिर की लगूगा माइनस। माइनस क्यों लाया, क्योंकि नीचे वाली टर्म क्या बड़ी है ठीक है।
इस तो बाद की अपने को नीचे रिमाइंडर 2 पाई यानी कि 2 पाई लिख लांगे अपॉन दे विच 5 सीगा तो 5 लिख लांगे ठीक है देन ब्रैकेट क्लोज ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ sin ਇਨਵਰਸ ਐਜ਼ ਇਟ ਇਜ਼ ਆ ਜਾਊਗਾ देन ਤੁਸੀਂ देखो sin पाई माइनस ਇਹਨੂੰ ਇੱਕ ਵਾਰੀ थीटा मान लो ठीक है ਇਹ ਆਪਣਾ थीटा यानी कि पाई माइनस थीटा पाई माइनस थीटा यानी कि ਇੱਥੇ ਕੀ ਹੈ sin ਆਪਣਾ ਪੋਜ਼ਿਟਿਵ ਹੀ है यानी कि ਆਪਾਂ ਲਿਖ ਸਕਦੇ ਹਾਂ sin 2 पाई बाय 5 है ना ਹੁਣ sin ਨਾਲ sin ਕੀ ਹੋ ਗਿਆ ਕੈਨਸਲ ਹੋ ਗਿਆ ਜਿਵੇਂ ਇੱਥੇ ਕੀਤਾ ਸੀ ਉਵੇਂ ਹੀ ਹੁਣ ਆਪਣਾ ਆਨਸਰ ਆ ਗਿਆ 2 पाई बाय 5 ये तो बहुत ही ज्यादा इजी सम है ठीक है इस बाद आप कर देगा थर्ड पार्ट नेक्स्ट है जी ਇਹਦਾ थर्ड पार्ट ਦੇ ਵਿੱਚ ਕੀ किया गया sin इनवर्स sin 4 पाई बाय 5 ਪਹਿਲਾਂ ਆਪਾਂ ਇਹਨੂੰ ਡਿਵਾਈਡ ਕਰਾਂਗੇ ਇਹਨੂੰ ਐਜ਼ ਇਟ ਇਜ਼ ਲਿਖ ਲੈਣੇ ਜਿਵੇਂ ਕਿ sin ਇਨਵਰਸ ਆਪਣਾ ਐਜ਼ ਇਟ ਇਜ਼ ਇਹ ਤੋਂ ਬਾਅਦ sin ਵੀ ਐਜ਼ ਇਟ ਇਜ਼ ਦੈਨ ਤੁਸੀਂ 4 ਨੂੰ ਇਹਦੇ ਨਾਲ ਡਿਵਾਈਡ ਕਰੋਗੇ 5 ਆ ਗਿਆ 4 1 ਆ ਗਿਆ एंड 4 एंड 1 पाई ला लांगे नाल ਜਿਹੜੀ ਫਰਸਟ ਟਰਮ ਹੈ ਉਹਨੂੰ ਇੱਥੇ ਫਰਸਟ ਤੇ ਲਿਖ ਲਾਂਗੇ ਦੈਨ ਆ ਵੱਡੀ ਹੈ ਇਸ ਕਰਕੇ ਕੀ ਲੱਗ ਗਿਆ ਮਾਈਨਸ ਲੱਗ ਗਿਆ ਇੱਥੇ ਕੀ ਸੀਗਾ ਪਾਈ ਸੀਗਾ ਤਾਂ ਪਾਈ ਤੇ ਡਿਵਾਈਡ ਦੇ ਵਿੱਚ ਆਪਣੇ ਕੋਲ 5 ਸੀਗਾ ਠੀਕ ਹੈ ਸਾਈਨ ਨਾਲ ਸਾਈਨ ਕੈਨਸਲ ਹੋ ਗਿਆ ਇਸ ਤੋਂ ਬਾਅਦ ਤੁਸੀਂ ਦੇਖੋ ਵੈਸੇ ਤਾਂ ਤੁਸੀਂ ਸਾਈਨ ਨਾਲ ਸਾਈਨ ਪਹਿਲਾਂ ਨਹੀਂ ਸੀ ਕੈਨਸਲ ਕਰਨਾ ਬਟ ਆਪਾਂ ਨੂੰ ਪਤਾ ਹੀ ਹੈ ਕਿ ਪਾਈ ਮਾਈਨਸ ਥੀਟਾ ਦੀ ਵੈਲਿਊ ਕੀ ਹੁੰਦੀ ਹੈ ਸਾਈਨ ਪੋਜ਼ਿਟਿਵ ਹੀ ਹੁੰਦੀ ਹੈ ਤਾਂ ਕਰਕੇ ਮੈਨੂੰ ਪਹਿਲਾਂ ਹੀ ਕੈਨਸਲ ਕਰਤਾ ਸੀਗਾ ਠੀਕ ਹੈ इदू बाद जे मान लो इत्थे की आंदा प्लस आंदा सी इत्थे जे मान लो इत्थे प्लस आंदा तां ए इत्थे चला जांदा इत्थे की हुंदा साइन नेगेटिव हुंदा फिर आपां इहनूं कैंसल हजे नहीं सी कर सकदे क्योंकि आपां की है फार्मूला यूज करन तो बाद इहनूं कैंसल कर सकदे ठीक है तां इहदा आंसर अपने कोल की आ गया पाई बाय 5 आ गया ठीक है हुण आपां इहदा नेक्स्ट पार्ट करदे हां नेक्स्ट है जी अपने कोल फोर्थ पार्ट दे विच की है tan इनवर्स tan 3 पाई बाय 4 है ठीक है सब तो पहला आपां इहनूं डिवाइड कर लैंदे हां 3 4 1 3 1 पाई लग गया इधर भी पाई लग गया ठीक है सब तो पहला अपन एवं लिख लांगे tan इनवर्स देन tan इस तो बाद डिवाइड करके अपने को इत्थे जिहड़ी आई सी ओनू लिख लांगे माइनस लिखांगे माइनस क्यों लिखे क्योंकि ए वड्डी है जे अपनी नीचे वाली वड्डी है तो इत्थे माइनस आऊगा ठीक है देन की इत्थे पाई डिवाइडिंग बाय अपने को 4 है ठीक है हुण तुसीं देखो अपने को की tan पाई माइनस थीटा इनू आप एक बार थीटा मान लिया पाई माइनस थीटा पाई जो माइनस थीटा किया है यानी कि आ कोऑर्डिनेट आ गया हुन इत्थे की है साइन ते कोसिकेंट की पॉजिटिव है बाकी सारी वैल्यूज नेगेटिव है यानी कि tan में क्या हो गया अपना नेगेटिव हो गया तो आप लिखांगे tan इनवर्स माइनस tan पाई बाय 4 बट ए वैल्यू अपनी गायब होगी ही होगी क्योंकि आप कोऑर्डिनेट की चेक कर लिया ठीक है ਇਹ ਤੋਂ ਬਾਅਦ ਤੁਸੀਂ ਦੇਖੋ ਆਪਣੇ ਕੋਲ ਕੀ ਹੈ tan ਇਨਵਰਸ ਮਾਈਨਸ ਜਿਹੜਾ ਆਪਣਾ ਐਂਗਲ ਹੈ ਆਪਣੇ ਕੋਲ ਕੀ ਹੁੰਦਾ ਹੈ ਫਾਰਮੂਲਾ ਹੁੰਦਾ ਹੈ tan ਇਨਵਰਸ x ਕੀ ਆਪਣੀ ਮਾਈਨਸ ਦੀ ਹੈ ਠੀਕ ਹੈ ਇਹਨੂੰ ਆਪਾਂ x ਮੰਨਦੇ ਹੁੰਦੇ ਆ ਯਾਨੀ ਕਿ ਮਾਈਨਸ ਦੀ x ਹੈ ਤਾਂ ਇਹ ਕਾਦੀ ਇਕੁਅਲਸ ਹੁੰਦਾ ਹੈ ਮਾਈਨਸ tan ਇਨਵਰਸ x ਦੇ ਇਕੁਅਲਸ ਹੁੰਦਾ ਹੈ ਠੀਕ ਹੈ ਯਾਨੀ ਕਿ ਜਿਹੜਾ ਮਾਈਨਸ ਹੈ ਉਹ ਮੂਰੇ ਆ ਜਾਊਗਾ ਤਾਂ ਆਪਾਂ ਲਿਖ ਲਾਂਗੇ ਮਾਈਨਸ tan ਇਨਵਰਸ tan पाई बाय 4 हुन tan ना tan क्यों है कैंसिल हो गया क्योंकि मल्टीप्लाई ते डिवाइड दे विच है देन अपने को आ माइनस इहदे नाल शिफ्ट हो जाऊगा तो अपना आंसर की आ जाऊगा माइनस पाई बाय 4 आ जाऊगा ठीक है हुन आपां करदे हां नेक्स्ट पार्ट जो कि हैगा 5th हां जी हुन तुसी देखो अपने कोल की tan इनवर्स tan 7 पाई बाय 6 है 6 की है 7 नालों छोटा है यानी कि इत्थे क्या आऊगा प्लस आऊगा यानी कि आपां लिख लांगे tan इनवर्स tan जो भी इत्थे आऊगा वो अपन लिख लांगे प्लस अपॉन दे विच 6 ठीक है सब तो पहला अपन इनु डिवाइड कर लेंगे अपने को 6 7 1 6 1 एंड पाई दोनों पासे ला देंगे तो इत्थे भी पाई आ जाऊगा इत्थे भी पाई आ जाऊगा ठीक है नेक्स्ट की अपने को tan इनवर्स नु एज इट इज लिखांगे इस बाद तुसी देखो अपने को के tan पाई प्लस है tan की है पाई पाई यानी कि 180 ਦੇ ਵਿੱਚ ਕੀ प्लस प्लस यानी कि नीचे ਨੂੰ ਆਵਾਂਗੇ माइनस यानी कि ऊपर ਨੂੰ ठीक है ਤਾਂ नीचे ਨੂੰ ਜਦੋਂ ਆਵਾਂਗੇ ਇਹ ਕੀ ਆ ਗਿਆ tan ਵਾਲਾ ਕੋਆਰਡੀਨੇਟ ਹੀ ਆ ਗਿਆ यानी कि ਇੱਥੇ ਕੀ tan पॉजिटिव यानी कि tan ਦੀ ਵੈਲਿਊ ਇੱਥੇ ਵੀ ਕੀ ਆਊਗੀ पॉजिटिव ਆਊਗੀ यानी कि tan पाई बाय 6 ਆਪਣੇ ਕੋਲ ਆ ਜਾਊਗਾ tan ਨਾਲ tan कैंसिल हो गया आंसर अपने को आ गया पाई बाय 6
ਨੈਕਸਟ ਕੁਐਸਚਨ ਕਰਨ ਦੇ ਲਈ ਤੁਹਾਨੂੰ ਉਹ ਫਾਰਮੂਲੇ ਆ ਜਿਹੜੇ ਉਹ ਰਿਵਾਈਜ਼ ਕਰਨੇ ਪੈਣਗੇ। ਇਹਦੇ ਵਿੱਚ ਕੀ ਆਪਣੇ ਕੋਲ sin ਇਨਵਰਸ x plus sin ਇਨਵਰਸ y, ਠੀਕ ਹੈ, is equals to a sin ਇਨਵਰਸ x, ਪਹਿਲਾਂ ਆਪਾਂ ਲੈਣਾ x then 1 minus y ਦਾ ਸਕੁਆਇਰ, ਠੀਕ ਹੈ, ਫਿਰ ਇੱਥੇ ਪਲੱਸ ਸੀਗਾ ਇਸ ਕਰਕੇ ਪਲੱਸ ਆ ਗਿਆ, then y ਲਵਾਂਗੇ ਕਿਉਂਕਿ ਆਪਾਂ ਇੱਥੇ x ਲਿਆ ਸੀ ਤੇ ਇੱਥੇ ਆਪਾਂ ਕੀ ਲਿਆ ਸੀ y ਲਿਆ ਸੀ, ਇਸ ਕਰਕੇ x ਦਾ ਕੀ ਹੋ ਜਾਊਗਾ ਸਕੁਆਇਰ ਹੋ ਜਾਊਗਾ, ਠੀਕ ਹੈ। ਇਸ ਤੋਂ ਬਾਅਦ ਆਪਾਂ ਜਿਹੜਾ ਮਾਈਨਸ ਵਾਲਾ ਉਹਨੂੰ ਇੰਨਾ ਯਾਦ ਕਰਨ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਇੱਥੇ ਪਲੱਸ ਸੀਗਾ ਇੱਥੇ ਮਾਈਨਸ ਆ ਗਿਆ, ਯਾਨੀ ਕਿ ਜਿਹੜਾ ਇੱਥੇ ਪਲੱਸ ਹੋਊਗਾ ਉਹ ਕੀ ਹੋ ਜਾਊਗਾ ਇੱਥੇ ਮਾਈਨਸ ਹੋ ਜਾਊਗਾ, ਬਾਕੀ ਸਾਈਨ ਐਜ਼ ਇਟ ਇਜ਼ ਹੀ ਰਹਿਣਗੇ, ਠੀਕ ਹੈ। ਦੈਨ ਆਪਣੇ ਕੋਲ ਅੱਗੇ ਕੀ ਹੈ cos, ਹੁਣ cos ਦੇ ਵਿੱਚ ਹੈ ਤਾਂ ਸੇਮ ਬਟ ਆਪਾਂ ਕੀ ਕਰਾਂਗੇ ਜਿਹੜਾ ay ਹੈ ਤੇ ax ਹੈ ਇਹਨਾਂ ਨੂੰ ਮਲਟੀਪਲਾਈ ਦੇ ਵਿੱਚ ਲਿਖਾਂਗੇ। ਪਹਿਲਾਂ ਕਿਸੇ ਇੱਥੇ ਮਾਈਨਸ ਦੇ ਵਿੱਚ ਲਿਖੇ ਹੋਏ ਸੀਗੇ, ਵਿਚਕਾਰ ਮਾਈਨਸ ਸੀ ਨਾ ਇੱਥੇ, ਠੀਕ ਹੈ। ਹੁਣ cos ਵੇਲੇ ਆਪਾਂ ਕੀ ਕਰ ਦਾਂਗੇ ਦੋਨਾਂ ਨੂੰ ਮਿਕਸ ਅਪ ਕਰ ਦਾਂਗੇ, मतलब कि कोले कोले करके लिख दांगे, ठीक है। ਜਿਹੜਾ ਸਾਈਨ ਹੋਊਗਾ ਉਹ ਇੱਥੇ ਆ ਜਾਊਗਾ ਤੇ ਇਹ ਦੋਨੋਂ ਮਲਟੀਪਲਾਈ ਦੇ ਵਿੱਚ ਆ ਜਾਣਗੇ। ਇਸ ਤੋਂ ਬਾਅਦ ਜਿਹੜਾ ਇੱਥੇ ਪਲੱਸ ਦਾ ਹੋਊਗਾ ਉਹ ਇੱਥੇ ਕੀ ਹੋ ਜਾਊਗਾ ਮਾਈਨਸ, ਤੇ ਇੱਥੇ ਜੇ ਆਪਣੇ ਕੋਲ ਮਾਈਨਸ ਹੈ ਤਾਂ ਇੱਥੇ ਕੀ ਹੋ ਜਾਊਗਾ ਪਲੱਸ ਹੋ ਜਾਊਗਾ, ਠੀਕ ਹੈ। tan ਵਾਲੇ ਦੇ ਵਿੱਚ ਕੀ ਆਪਣੇ ਕੋਲ tan ਇਨਵਰਸ x plus tan ਇਨਵਰਸ y, ਪਹਿਲਾਂ ਆਪਾਂ tan ਇਨਵਰਸ ਲਿਖ ਲਾਂਗੇ then x plus y upon ਦੇ ਵਿੱਚ 1 minus xy। ਇਹ ਫਾਰਮੂਲਾ ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਕੀਤਾ ਵੀ ਹੈ ਪਹਿਲਾਂ ਪਿਛਲੀ ਕਲਾਸ ਦੇ ਵਿੱਚ 11th ਕਲਾਸ ਦੇ ਵਿੱਚ ਤੁਸੀਂ ਕਰਕੇ ਆਏ ਹੋਵੋਗੇ, ਠੀਕ ਹੈ। ਉੱਥੇ ਬਸ ਆਪਣੇ ਕੋਲ ਕੀ ਸੀਗਾ xy ਦੀ ਜਗ੍ਹਾ ab ਸੀਗਾ, ਠੀਕ ਹੈ। ਇਸ ਤੋਂ ਬਾਅਦ ਜਿੱਥੇ ਆਪਣੇ ਕੋਲ ਮੰਨ ਲਓ ਇੱਥੇ ਮਾਈਨਸ ਹੈ ਤਾਂ ਇੱਥੇ ਉੱਪਰ ਮਾਈਨਸ ਲੱਗੂਗਾ, ਜੇ ਆਪਣੇ ਕੋਲ ਇੱਥੇ ਪਲੱਸ ਹੈ ਤਾਂ ਉੱਪਰ ਪਲੱਸ ਲੱਗੂਗਾ ਤੇ ਨੀਚੇ ਉਹਦੇ ਆਪੋਜ਼ਿਟ ਸਾਈਨ, ਜਿਵੇਂ ਕਿ ਇੱਥੇ ਮਾਈਨਸ ਸੀਗਾ ਤਾਂ ਇੱਥੇ ਪਲੱਸ ਹੋ ਗਿਆ ਤੇ ਉੱਪਰ ਕੀ ਹੋ ਗਿਆ ਮਾਈਨਸ ਹੋ ਗਿਆ, ਠੀਕ ਹੈ। मैं ਤੁਹਾਨੂੰ ਕੀ ਹੈ ਪਹਿਲਾਂ ਸੌਖੇ ਸੌਖੇ ਸਮ ਕਰਾਂਗੇ ਆਪਾਂ, ਇਹ ਫਾਰਮੂਲੇ ਦੇ ਜਿਹੜੇ ਰਿਲੇਟ ਹੈ ਬਾਅਦ ਚ ਆਪਾਂ ਬਾਕੀ ਦੇ ਜਿਹੜੇ ਆਪਣੇ ਰਹਿ ਜਾਣਗੇ ਉਹ ਆਪਾਂ ਕਵਰ ਕਰ ਲਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖੋ ਆਪਣੇ ਕੋਲ sin 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 ਤਿੰਨ ਵੈਲਿਊਜ਼ ਹੈ, ਫਾਰਮੂਲੇ ਦੇ ਅਕੋਰਡਿੰਗ ਕੀ ਹੈ ਸਿਰਫ ਦੋ ਵੈਲਿਊਜ਼ ਹੈ। ਆਪਾਂ ਕੀ ਕਰਦੇ ਇਹਨਾਂ ਨੂੰ 1 ਲੈਣੇ ਆ, ਪਹਿਲਾਂ ਆਪਾਂ ਇਹਨੂੰ ਸੋਲਵ ਕਰ ਲਾਂਗੇ ਦੈਨ ਪਲੱਸ ਦੇ ਵਿੱਚ ਇਹਨੂੰ ਸੋਲਵ ਕਰ ਲਾਂਗੇ, ਹੈ ਨਾ। ਸਭ ਤੋਂ ਪਹਿਲਾਂ ਇਹਨਾਂ ਨੂੰ ਸੋਲਵ ਕਰਦੇ ਆ, ਠੀਕ ਹੈ। ਆਪਣੇ ਕੋਲ ਕੀ sin sin ਇੱਥੇ ਵੀ sin sin ਹੈ x ਤੇ y, ਹੁਣ ਤੁਸੀਂ ਦੇਖੋ a ਤੇ a दोनों के डिफरेंट है, इधर भी अपने को क्या x y है, फार्मूला यूज करो, फार्मूले के अकॉर्डिंग क्या होगा sin इनवर्स आऊगा देन ब्रैकेट लाओगे देन क्या x, x यानी कि अपनी आ वाली टर्म है, y यानी कि a वाली टर्म है, ठीक है। ये अपनी x है ये अपनी y है, तो अपने को क्या x है यानी कि 4/5 लिख लेंगे, ठीक है। देन अपने को क्या अंडर रूट, तो अंडर रूट देन 1 माइनस है 1 माइनस y का स्क्वायर है, y यानी कि 5/13 ਦਾ ਆਪਾਂ ਕੀ ਕਰ ਦਾਂਗੇ ਸਕੁਆਇਰ ਕਰ ਦਾਂਗੇ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਕੀ ਹੈ ਇੱਥੇ ਪਲੱਸ ਹੈ ਤਾਂ ਪਲੱਸ ਲਾ ਲਾਂਗੇ, ਦੈਨ ਆਪਣੇ ਕੋਲ ਕੀ ਹੈ y ਯਾਨੀ ਕਿ 5/13 ਹੈ, ਠੀਕ ਹੈ। ਦੈਨ ਆਪਣੇ ਕੋਲ ਅੰਡਰ ਰੂਟ ਦੈਨ ਹੈਗਾ 1 ਐਂਡ ਮਾਈਨਸ x ਦਾ ਸਕੁਆਇਰ ਯਾਨੀ ਕਿ 4/5 ਦਾ ਸਕੁਆਇਰ ਕਰ ਦਾਂਗੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਸਾइन ਇਨਵਰਸ ਨੂੰ ਐਜ਼ ਇਟ ਇਜ਼ ਲਿਖ ਦੋ, ਨੈਕਸਟ ਇਹਨੂੰ ਵੀ ਐਜ਼ ਇਟ ਇਜ਼ ਲਿਖਾਂਗੇ ਅਪਨ ਮਲਟੀਪਲਾਈ ਕਰਕੇ ਦੈਨ ਤੁਸੀਂ ਕੀ ਕਰੋਗੇ ਇਹਨੂੰ ਅੰਡਰ ਰੂਟ, ਇਸ ਤੋਂ ਬਾਅਦ 13 ਦਾ ਸਕੁਆਇਰ ਕਿੰਨਾ ਹੁੰਦਾ ਆਪਣੇ ਕੋਲ 169 ਹੁੰਦਾ ਹੈ ਨਾ, ਤੇ 5 ਦਾ ਸਕੁਆਇਰ ਹੁੰਦਾ 25, ਯਾਨੀ ਕਿ ਜੇ ਆਪਾਂ ਇਹਦਾ ਐਲਸੀਐਮ ਲੈਣੇ ਆ ਤਾਂ ਇਹ ਇੱਧਰ ਮਲਟੀਪਲਾਈ ਹੋ ਜਾਊਗਾ ਇਹ ਇੱਧਰ ਹੋ ਜਾਊਗਾ। ਹੁਣ 13 ਦਾ ਸਕੁਆਇਰ ਕੀਤਾ 169 ਨੂੰ ਇੱਧਰ ਮਲਟੀਪਲਾਈ ਕੀਤਾ ਤਾਂ 169 ਹੀ ਆ ਜਾਊ ਕਿਉਂਕਿ ਇੱਥੇ 1 ਸੀਗਾ, ਤੇ ਇਹਨੂੰ ਹੁਣ ਇੱਧਰ ਕਰਾਂਗੇ ਮਲਟੀਪਲਾਈ ਤੇ ਵਿਚਕਾਰ ਕੀ ਆਪਣਾ ਮਾਈਨਸ ਹੈ ਤਾਂ ਮਾਈਨਸ ਲਾ ਲਾਂਗੇ 5 ਜਾਂ 25, ਠੀਕ ਹੈ। ਦੈਨ ਪਲੱਸ ਹੈ 5/13 ਐਂਡ ਅੰਡਰ ਰੂਟ डिवाइड 5 या 25 ਆਪਾਂ ਕੀ ਕਰਤਾ ਸਕੁਆਇਰ ਕਰਤਾ, ਸਕੁਆਇਰ ਦਾ ਮਤਲਬ ਕੀ ਹੁੰਦਾ ਦਾ ਡਬਲ ਕਰ ਦੋ, ਮੰਨ ਲਓ ਆਪਣੀ ਕੋਲ ਕੀ 5 ਹੈ ਤਾਂ 5 ਦੀ 5 ਨਾਲ ਮਲਟੀਪਲਾਈ, ਠੀਕ ਹੈ। ਜੇ 13 ਹੈ ਤਾਂ 13 ਦੇ ਨਾਲ ਮਲਟੀਪਲਾਈ ਕਰਾਂਗੇ ਦੈਨ ਉਹਦਾ ਕੀ ਹੋ ਜਾਊਗਾ ਉਹ ਸਕੁਆਇਰ ਹੋਊਗਾ, ਠੀਕ ਹੈ। ਇਸ ਤੋਂ ਬਾਅਦ ਐਲਸੀਐਮ ਲੈਣਾ, ਇਸ ਕਰਕੇ ਆਪਾਂ ਇਹਨੂੰ ਇੱਧਰ ਮਲਟੀਪਲਾਈ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਜਿਹੜੀ ਆਪਣੇ ਕੋਲ ਇੱਧਰ ਫਰਸਟ ਤੇ ਹੁੰਦੀ ਹੈ ਉਹਨੂੰ ਇੱਧਰ ਮਲਟੀਪਲਾਈ ਕਰਨਾ ਹੁੰਦਾ, ਪਹਿਲਾਂ ਇਹਨੂੰ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਕੀ ਹੋ ਜਾਊਗਾ ਆਪਣਾ ਸਾਈਨ ਕਈ ਵਾਰ ਚੇਂਜ ਹੋ ਜਾਂਦਾ ਹੁੰਦਾ, ਠੀਕ ਹੈ। ਇਸ ਤੋਂ ਬਾਅਦ 5 ਜਾਂ 25, ਹੁਣ ਇਹਨੂੰ ਇੱਧਰ ਮਲਟੀਪਲਾਈ ਕੀਤਾ 25 ਆ ਗਏ ਮਾਈਨਸ ਹੋ ਜਾਣਗੇ, ਹੁਣ ਇਹਨੂੰ ਇੱਧਰ ਮਲਟੀਪਲਾਈ ਕਰਾਂਗੇ 4 ਜਾਂ 16 ਨੂੰ 1 ਨਾਲ ਮਲਟੀਪਲਾਈ ਕੀਤਾ 16 ਹੀ ਆ ਜਾਊਗਾ, ਠੀਕ ਹੈ। ਦੈਨ ਸਾਈਨ ਇਨਵਰਸ ਨੂੰ ਐਜ਼ ਇਟ ਇਜ਼ ਲਿਖ ਦਾਂਗੇ 4/5 ਨੂੰ ਵੀ ਐਜ਼ ਇਟ ਇਜ਼ ਮਲਟੀਪਲਾਈ ਐਂਡ ਹੁਣ ਤੁਸੀਂ ਦੇਖੋ ਆਪਣੇ ਕੋਲ ਜੇ ਨੂੰ ਇਹਦੇ ਵਿੱਚੋਂ ਮਾਈਨਸ ਕੀਤਾ 169 ਦੇ ਵਿੱਚੋਂ 25 ਨੂੰ ਮਾਈਨਸ ਕੀਤਾ ਆਪਣੇ ਕੋਲ ਆਉਂਦਾ 4
4 एंड 1 144 आंदा है। 144 अपने को 144 ऊपर ये आ जाऊगा, नीचे की अपने को 169 है ना। मतलब कि 144 किहदा रूट हुंदा है 12 दा रूट हुंदा है, तां करके आपां की लिख लांगे इत्थे 12 लिख लांगे, नीचे अपने को 13 आ गया, देन प्लस 5 by 13 as it is, then multiply। ਹੁਣ ਤੁਸੀਂ ਦੇਖੋ 25 ਦੇ ਵਿੱਚੋਂ 16 ਨੂੰ ਮਾਈਨਸ ਕਰੋ, 25 ਦੇ ਵਿੱਚੋਂ 16 ਨੂੰ ਮਾਈਨਸ ਕੀਤਾ, ਇਹ ਆਪਣੇ ਕੋਲ ਆ ਗਿਆ 9। यानी कि जे हुण आपां 9 ਦਾ रूट ਕਰਦੇ ਆ ਤਾਂ ਉਹ ਕਿੰਨਾ ਆ ਜਾਊਗਾ 3 ਆ ਜਾਊਗਾ, ਤੇ ਨੀਚੇ ਕੀ ਆਪਣੇ ਕੋਲ 25 ਦਾ रूट ਕੀਤਾ 5 ਆ ਜਾਊਗਾ। ठीक है, ਹੁਣ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਹੈ, sin इनवर्स as it is ਲਿਖੋਗੇ, then ਇਹਨਾਂ ਨੂੰ ਆਪਸ ਦੇ ਵਿੱਚ ਮਲਟੀਪਲਾਈ, ਇਹਨਾਂ ਨੂੰ ਆਪਸ ਦੇ ਵਿੱਚ ਮਲਟੀਪਲਾਈ ਤੇ ਪਲੱਸ। ਇਹਨਾਂ ਦੋਨਾਂ ਦਾ ਐਲਸੀਐਮ ਆਪਾਂ ਨਹੀਂ ਲੈ ਸਕਦੇ, ਕਿਉਂ ਨਹੀਂ ਲੈ ਸਕਦੇ, ਕਿਉਂਕਿ ਪਹਿਲਾਂ ਮਲਟੀਪਲਾਈ ਹੋਊਗੀ ਫਿਰ ਪਲੱਸ ਹੋਊਗਾ। ठीक है, ਇਹਨੂੰ ਇੱਧਰ ਮਲਟੀਪਲਾਈ ਕਰਾਂਗੇ ਪਲੱਸ ਇਹਨੂੰ ਇੱਧਰ ਮਲਟੀਪਲਾਈ ਕਰਕੇ ਲਿਖਾਂਗੇ। ਹੁਣ 13 ਨੂੰ 5 ਦੇ ਨਾਲ ਮਲਟੀਪਲਾਈ 65, ਇੱਧਰ ਵੀ ਆਪਣੇ ਕੋਲ 65 ਆ ਗਿਆ, ਇੱਧਰ ਆਪਣੇ ਕੋਲ 48 ਆ ਗਿਆ, ਇੱਧਰ ਆਪਣੇ ਕੋਲ 15 ਆ ਗਿਆ। ठीक है, ਇਹ ਤੋਂ ਬਾਅਦ ਤੁਸੀਂ ਦੇਖੋ ਆਪਾਂ ਐਲਸੀਐਮ ਲਵਾਂਗੇ, ਇਹਨੂੰ ਕੈਨਸਲ ਨਹੀਂ ਕਰਾਂਗੇ, ਇਹਨੂੰ ਕੈਨਸਲ ਨਹੀਂ ਕਰਨਾ ਕਿਉਂਕਿ ਫਿਰ ਐਲਸੀਐਮ ਲੈਣਾ ਔਖਾ ਹੋ ਜਾਂਦਾ ਹੁੰਦਾ ਹੈ। ਤੇ 65 नीचे आ जाऊगा, ऊपर 48 है ਤੇ प्लस ਦੇ ਵਿੱਚ ਆਪਣੇ ਕੋਲ 15 है ना। ਹੁਣ ਇਹਨਾਂ ਦੋਨਾਂ ਨੂੰ ਐਡ ਕਰ ਲੈਣੀ ਹੈ 48 ਤੇ 15 ਐਂਡ ਆਪਣੇ ਕੋਲ ਆ ਗਿਆ ਹੈ sin ਇਨਵਰਸ 63 अपॉन ਦੇ ਵਿੱਚ 65 ਆ। ਇਹ ਤੋਂ ਬਾਅਦ ਤੁਸੀਂ ਦੇਖੋ ਆਪਣੇ ਕੋਲ ਆ ਚੀਜ਼ ਵੀ ਬਚਦੀ ਹੈ, ਯਾਨੀ ਕਿ ਆਪਾਂ ਲਿਖ ਲਾਂਗੇ प्लस sin इनवर्स 16 डिवाइडिंग बाय 65 है ना। ये ब्रैकेट ਨੂੰ ਆਪਾਂ ਫਿਲਹਾਲ ਲਈ ਰੇਜ਼ ਕਰ ਦਿੰਦੇ ਹਾਂ। ठीक है, ਇਹ ਤੋਂ ਬਾਅਦ ਤੁਸੀਂ ਦੇਖੋ ਇਹਦੇ ਉੱਤੇ ਵੀ ਆਪਾਂ ਫਾਰਮੂਲਾ ਲਾ ਸਕਦੇ ਹਾਂ। ਵੈਸੇ ਮੈਂ ਪਹਿਲਾਂ ਔਖਾ ਸਾਹਮਣੇ ਚੱਕ ਲਿਆ, ਇਹ ਤੋਂ ਬਾਅਦ ਵਾਲੇ ਜਿਹੜੇ ਪਾਰਟਸ ਆਪਾਂ ਕਰਾਂਗੇ ਉਹਨਾਂ ਦੇ ਵਿੱਚ ਸਿਰਫ ਇੱਕ ਵਾਰੀ ਫਾਰਮੂਲਾ ਅਪਲਾਈ ਕਰਨਾ ਤੇ ਉਹ ਸੋਲਵ ਹੋ ਜਾਣਗੇ। ठीक है, ਤਾਂ ਆਪਣੇ ਕੋਲ ਆ ਗਿਆ sin ਇਨਵਰਸ ਫਾਰਮੂਲੇ ਦੇ ਅਕੋਰਡਿੰਗ, देन अपने को क्या x यानी कि अपने को आ वाली टर्म है। ठीक है, y यानी कि अपने को a वाली टर्म है। ठीक है, x यानी कि 63 डिवाइडिंग बाय 65 लिखांगे, देन अपने को क्या अंडर रूट 1 माइनस y दा स्क्वायर, 1 माइनस y दा स्क्वायर करांगे 65 है थे एदा की कर देंगे ਆਪਾਂ स्क्वायर कर देंगे। ठीक है जी, ਇਸ ਤੋਂ ਬਾਅਦ ਕੀ ਆਪਣੇ ਕੋਲ प्लस y यानी कि अपने को है 16 by 65, देन अंडर रूट 1 माइनस x स्क्वायर यानी कि अपने को है 63 डिवाइडिंग बाय 65 का स्क्वायर कर देंगे। ठीक है जी, इस तो बाद साइन इनवर्स की हो जाएगा अपना एज इट इज आ जाएगा, देन तुसी देखो 63 by 65 नु एज इट इज लिख के देन अंडर रूट है अंडर रूट ला देंगे अपॉन 65 ਨੂੰ 65 ਦੇ ਨਾਲ ਹੁਣ ਆਪਾਂ ਮਲਟੀਪਲਾਈ ਕਰਾਂਗੇ। 65 ਨੂੰ 65 ਦੇ ਨਾਲ ਆਪਣੇ ਕੋਲ ਆ ਗਿਆ 4225 4225। ठीक है जी, ਹੁਣ ਤੁਸੀਂ ਦੇਖੋ ਆਪਾਂ ਇਹਨੂੰ ਕ੍ਰਾਸ ਮਲਟੀਪਲਾਈ ਕਰ ਸਕਦੇ ਕਿਉਂਕਿ ਆਪਾਂ ਐਲਸੀਐਮ ਲੈਣਾ, ਇਹਨੂੰ ਆਪਾਂ ਇੱਧਰ ਮਲਟੀਪਲਾਈ ਕਰਾਂਗੇ ਬਟ ਪਹਿਲਾਂ ਕੀ ਕਰਾਂਗੇ ਸਕੁਆਇਰ ਕਰਾਂਗੇ, ਯਾਨੀ ਕਿ ਇਹਦਾ ਸਕੁਆਇਰ ਆਪਾਂ ਕਰ ਹੀ ਲਿਆ ਤਾਂ ਇਹਨੂੰ ਆਪਾਂ ਇੱਧਰ ਮਲਟੀਪਲਾਈ ਕਰ ਸਕਦੇ ਹਾਂ, ਯਾਨੀ ਕਿ 4225 देन अपने को विचाले साइन के माइनस ਦਾ यानी कि माइनस ला देंगे 16 ਦਾ ਹੁਣ ਆਪਾਂ ਸਕੁਆਇਰ ਕਰਾਂਗੇ। ਕੋਲ ਆ ਗਿਆ 256 ਆ ਗਿਆ, देन प्लस ਸੀਗਾ प्लस ਲਾ ਦਾਂਗੇ 16 by 65 ਨੂੰ as it is, then अंडर रूट अपॉन ਦੇ ਵਿੱਚ ਤੁਸੀਂ ਦੇਖੋ ਇੱਧਰ ਵੀ ਆਪਾਂ ਸੇਮ ਹੀ ਲਿਆ ਸੀਗਾ, ਯਾਨੀ ਕਿ ਇਹੀ ਆਨਸਰ ਆ ਜਾਊਗਾ 4225। देन ਇੱਧਰ ਜਦੋਂ ਆਪਾਂ ਕ੍ਰਾਸ ਮਲਟੀਪਲਾਈ ਕਰਾਂਗੇ ਐਲਸੀਐਮ ਲੈਣ ਦੇ ਲਈ ਤਾਂ 4225 ਐਜ਼ ਇਟ ਇਜ਼ ਮਾਈਨਸ ਕਰਾਂਗੇ ਇਹਦੇ ਵਿੱਚੋਂ, ਇੱਥੇ ਕੀ ਹੈ 63 ਦਾ ਹੁਣ ਆਪਾਂ ਸਕੁਆਇਰ ਕਰਾਂਗੇ ਤਾਂ ਇਹ ਆਪਣੇ ਕੋਲ ਆ ਗਿਆ 3969। ठीक है जी, ਇਸ ਤੋਂ ਬਾਅਦ ਆਪਾਂ ਨੂੰ ਨੈਕਸਟ ਵੀ ਸੋਲਵ ਕਰਦੇ ਹਾਂ ਇੱਧਰ। ठीक है जी, ਨੈਕਸਟ ਆਪਾਂ ਕੀ ਲਿਖਾਂਗੇ ਸਾਈਨ ਇਨਵਰਸ ਨੂੰ। ठीक है जी, ਇਸ ਤੋਂ ਬਾਅਦ ਆਪਣੇ ਕੋਲ ਕੀ ਹੈ 63 upon 65 63 upon ਦੇ ਵਿੱਚ 65 देन अपने कोल की मल्टीप्लाई दे विच आ रूट है। ठीक है, हुण तुसीं देखो एदा जे आपां रूट करिए तां ओह अपना 65 आऊगा, क्योंकि जे 65 दा आपां स्क्वायर करदे आ तां एदा आंसर ए आंदा सी, यानी कि जे आपां एदा रूट करांगे तां ओह कितना होगा 65 आऊगा, यानी कि आपां लिख सकदे आ ना मल्टीप्लाई अपॉन दे विच 65 है ना।
ऊपर कितना आ जाऊगा अपने कोल ਇਹਦੇ ਵਿੱਚੋਂ ਆਪਾਂ ਇਹਨੂੰ ਮਾਈਨਸ ਕਰਾਂਗੇ यानी कि 4225 ਦੇ ਵਿੱਚੋਂ ਮਾਈਨਸ ਕਰਾਂਗੇ 256 ਨੂੰ ਤਾਂ ਇਹ ਆਪਣਾ ਆ ਗਿਆ 3969 ਹੁਣ ਤੁਸੀਂ ਦੇਖੋ 3969 ਆਪਾਂ ਕਿਤੇ ਪੜਿਆ ਸੀ ਆ ਪਿਆ ਹਨਾ ਤਾਂ ਉਹ ਕੀ ਸੀਗਾ 63 ਦਾ ਕੀ ਸੀਗਾ ਸਕੁਆयर ਸੀਗਾ यानी कि जे आप इधर रूट करिए तो कितना होगा 63 आऊगा यानी कि इधर रूट करिए तो 63 ही आऊगा ना यानी कि आप लिख सकते हैं 63 ठीक है जी इस बाद की अपने को प्लस 16/65 प्लस 16/65 ਤੇ ਮਲਟੀਪਲਾਈ ਕਰਾਂਗੇ ਆਪਾਂ ਇਹਦੇ ਨਾਲ ਇੱਥੇ ਕੀ ਆਪਣੀ ਸੇਮ ਹੀ ਹੈ यानी कि ਇੱਥੇ ਵੀ ਕੀ ਆ ਜਾਊਗਾ 65 ਹੀ ਆ ਜਾਊਗਾ ਅਪੋਨ ਦੇ ਵਿੱਚ ਉੱਪਰ ਕੀ ਆਪਣੇ ਕੋਲ ਮਾਈਨਸ ਕਰਦੇ ਆ यानी कि 4225 ਦੇ ਵਿੱਚੋਂ ਮਾਈਨਸ ਕਰਾਂਗੇ 3969 ਇਹ ਆਪਣੇ ਕੋਲ ਆ ਗਿਆ 256 ਦਾ ਹੁਣ ਆਪਾਂ ਅੰਡਰ ਰੂਟ ਕਰਾਂਗੇ ਅੰਡਰ ਰੂਟ ਕਰਕੇ ਆਪਣੇ ਕੋਲ ਆਨਸਰ ਕਿੰਨਾ ਆਉਂਦਾ ਹੈ 16 ਆਉਂਦਾ ਠੀਕ ਹੈ ਜੀ ਦੈਨ ਸਾਈਨ ਇਨਵਰਸ ਐਜ਼ ਇਟ ਇਜ਼ ਆ ਜਾਊਗਾ ਇਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤੇ ਇਹਨਾਂ ਦੋਨਾਂ ਨੂੰ ਮਲਟੀਪਲਾਈ ਤੇ ਵਿਚਕਾਰ ਆਪਣਾ ਪਲੱਸ ਆ ਜਾਊਗਾ ਹੁਣ ਤੁਸੀਂ ਦੇਖੋ 65 ਨੂੰ 65 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਉਹਦਾ ਕੀ ਹੋ ਜਾਊਗਾ ਸਕੁਆयर ਹੋ ਜਾਊਗਾ ਜੋ ਕਿ ਆਪਾਂ ਇੱਥੇ ਕਰਕੇ ਆਏ ਸੀ ਯਾਨੀ ਕਿ 4225 ਆ ਜਾਊਗਾ ਇੱਥੇ ਵੀ ਆਪਣੇ ਕੋਲ 4225 ਆ ਜਾਊਗਾ ਉੱਪਰ ਦੇ ਨੂੰ ਉੱਪਰ ਦਾ ਮਲਟੀਪਲਾਈ यानी कि इत्थे कितना 63 ਹੁਣ 63 ਤੁਸੀਂ ਦੇਖੋ ਇੱਥੇ ਆਪਾਂ ਕੀਤਾ ਸੀਗਾ 63 ਇਹਦਾ ਸਕੁਆयर ਰੂਟ ਕਿੰਨਾ ਸੀ 3969 ਐਜ਼ ਇਟ ਇਜ਼ ਆ ਜਾਊਗਾ ਹੁਣ ਤੁਸੀਂ ਦੇਖੋ 16 ਨੂੰ 60 ਨਾਲ ਮਲਟੀਪਲਾਈ ਆਪਾਂ ਇੱਥੇ ਵੀ ਕੀਤੀ ਸੀ ਯਾਨੀ ਕਿ 256 ਆਇਆ ਸੀਗਾ 256 ਹੁਣ ਆਪਾਂ ਕੀ ਕਰਾਂਗੇ ਐਡ ਕਰਾਂਗੇ 256 ਦੇ ਵਿੱਚ 3969 ਇਹ ਆਪਣੇ ਕੋਲ ਆ ਗਿਆ 4225 अपॉन ਦੇ ਵਿੱਚ ਵੀ 4225 then sin इनवर्स ਇੱਥੇ ਕ੍ਰਾਸ ਮਲਟੀਪਲਾਈ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਆਪਣੇ ਕੋਲ ਕੀ ਹੈ 4225 ਇੱਧਰ ਹੈ ਇੱਧਰ ਵੀ ਉਹੀ ਹੈ ਤਾਂ ਐਲਸੀਐਮ ਨੀਚੇ ਆ ਗਿਆ ਦੋਨਾਂ ਨੂੰ ਐਡ ਕਰਕੇ ਉੱਪਰ ਲਿਖਤਾ ਇੱਥੇ ਵੀ ਸੇਮ ਟਰਮ ਹੈ ਇੱਥੇ ਵੀ ਸੇਮ ਟਰਮ ਹੈ ਤਾਂ ਕੈਨਸਲ ਹੋ ਕੇ ਆਪਣੇ ਕੋਲ ਆਨਸਰ ਆ ਗਿਆ 1 ਯਾਨੀ ਕਿ sin ਇਨਵਰਸ 1 ਆ ਗਿਆ ਹੁਣ ਤੁਸੀਂ ਦੇਖੋ ਇਹਨੂੰ ਆਪਾਂ ਸੋਲਵ ਕਿਵੇਂ ਕਰ ਸਕਦੇ ਹਾਂ ਤੁਸੀਂ ਦੇਖੋ sin ਇਨਵਰਸ 1 ਹੈ एंगल की पॉजिटिव है नेगेटिव नहीं है इस करके आप लिख लांगे साइन इनवर्स देन अंदर साइन देन तुसी देखो भी साइन दी वैल्यू 1 किथे हुंदी है अपने कोल साइन दी वैल्यू 1 हुंदी है पाई बाय 2 दे ऊपर यानी कि 90 दे ऊपर ठीक है जी साइन ना साइन कैंसल तो आंसर अपने कोल पाई बाय 2 आ गया यानी कि लेफ्ट हैंड साइड इज इक्वल्स टू राइट हैंड साइड यानी कि पाई बाय 2 इज इक्वल्स टू पाई बाय 2 नेक्स्ट आप करांगे 9th क्वेश्चन दा फर्स्ट पार्ट ये अपन की कहंदा cos इनवर्स 4/5 plus cos इनवर्स 12/13 is equals to cos इनवर्स 33/65 ਹੁਣ ਤੁਸੀਂ ਦੇਖੋ इधर के सिंगल टर्म है इधर के डबल है यानी कि ਆਪਾਂ ਇਹਨੂੰ ਸੋਲਵ ਕਰਾਂਗੇ ਇਹ ਆਪਾਂ ਕੀ ਆਨਸਰ ਕੱਢਾਂਗੇ यानी कि ਆਪਾਂ ਲਿਖ ਲਾਂਗੇ ਲੈਫਟ ਹੈਂਡ ਸਾਈਡ ओके ਇਹ ਬਾਅਦ ਤੁਸੀਂ ਦੇਖੋ cos ਕੀ ਪਲੱਸ ਦੇ ਵਿੱਚ ਹੈ ਤੇ ਇੱਥੇ ਸਾਈਨ ਕੀ ਆਊਗਾ ਮਾਈਨਸ ਆਊਗਾ ਜੇ ਤੁਸੀਂ ਇੱਥੇ ਪਲੱਸ ਲਾਤਾ ਆਨਸਰ ਗਲਤ ਦੈਨ ਤੁਸੀਂ ਦੇਖੋ ਫਾਰਮੂਲੇ ਦੇ ਅਕੋਰਡਿੰਗ ਇੱਥੇ x ਹੈ ਕਿ ਆਪਣੇ ਕੋਲ ਇੱਥੇ ਵੀ x ਹੈ ਇੱਥੇ y ਹੈ ਯਾਨੀ ਕਿ ਟਰਮਸ ਕੀ ਹੈ ਡਿਫਰੈਂਟ ਹੈਗੀਆਂ ਇੱਥੇ cos ਸੀ ਇੱਥੇ ਵੀ cos ਹੀ ਹੈ ਠੀਕ ਹੈ ਫਾਰਮੂਲੇ ਦੇ ਵਿੱਚ ਦੇਖੋ ਤੁਸੀਂ ਆਪਣੇ ਕੋਲ ਕੀ ਆ ਜਾਊਗਾ ਆਨਸਰ cos ਇਨਵਰਸ ਦੈਨ x y ਦੀ ਕੀ ਕੀਤੀ ਹੈ ਮਲਟੀਪਲਾਈ ਕੀਤੀ ਹੈ ਯਾਨੀ ਕਿ ਇਹਨਾਂ ਇਹ ਆਪਣਾ x है ये अपना की y है दोनों ਨੂੰ ਕੀ ਕਰ ਦਾਂਗੇ ਮਲਟੀਪਲਾਈ ਯਾਨੀ ਕਿ 4/5 ਮਲਟੀਪਲਾਈ ਕਰਾਂਗੇ 12/13 ਦੇ ਨਾਲ ਨੈਕਸਟ ਕੀ ਆਪਣੇ ਕੋਲ ਮਾਈਨਸ ਹੈ ਯਾਨੀ ਕਿ ਮਾਈਨਸ ਲਾ ਦਾਂਗੇ ਦੈਨ ਆਪਣੇ ਕੋਲ ਕੀ ਹੈ ਅੰਡਰ ਰੂਟ 1 ਮਾਈਨਸ x ਸਕੁਆयर यानी कि 1 माइनस x यानी कि 4/5 ਦਾ ਸਕੁਆयर ਕਰ ਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੇ ਮਾਈਨਸ ਜਾਂ ਪਲੱਸ ਨਹੀਂ ਲਾਉਣਾ ਇਹ ਮਲਟੀਪਲਾਈ ਦੇ ਵਿੱਚ ਹੈ ਜਾਂ ਇਹਨੂੰ ਨਾਲ ਕਰਕੇ ਵੀ ਲਿਖ ਸਕਦੇ ਹੋ then 1 minus y ਦਾ ਸਕੁਆयर यानी कि 12/13 ਦਾ ਸਕੁਆयर ਕਰ ਦਾਂਗੇ then cos इनवर्स अपना as it is ਆ ਜਾਊਗਾ ਇਸ ਤੋਂ ਬਾਅਦ ਕੀ ਹੋਊਗਾ r ਟਰਮ ਤੇ r ਟਰਮ ਦੋਨਾਂ ਨੂੰ ਕੀ ਕਰ ਦਾਂਗੇ ਮਲਟੀਪਲਾਈ ਹੁਣੇ ਕਰ ਦਿੰਦੇ ਆਪਾਂ ਠੀਕ ਹੈ 13 ਨੂੰ 5 ਦੇ ਨਾਲ यानी कि 65 अपॉन ਦੇ ਵਿੱਚ ਆ ਜਾਊਗਾ ਉੱਪਰ ਕੀ ਆਪਣੇ ਕੋਲ 12 ਨੂੰ 4 ਨਾਲ यानी कि 48 देन माइनस है तो माइनस लावांगे अंडर रूट मल्टीप्लाई अंडर रूट ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ 5 ਹੈ 5 ਦਾ ਕੀ ਕਰਨਾ ਸਕੁਆयर ਕਰਨਾ ਦੈਨ ਆਪਾਂ ਕੀ ਲਵਾਂਗੇ ਇਹਨਾਂ ਦਾ ਐਲਸੀਐਮ ਲਵਾਂਗੇ ਠੀਕ ਹੈ ਜੀ
इस तो बाद ਆਪਾਂ ਕੀ ਕਰਦੇ ਆ ਸਕੁਆਇਰ ਕਰਦੇ 5 ਦਾ ਸਕੁਆਇਰ ਕੀਤਾ 25 ਹੁਣ ਜਿਹੜਾ ਆਪਾਂ ਸਕੁਆਇਰ ਕੀਤਾ ਉਹਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ 5 ਨੂੰ ਇਧਰ ਮਲਟੀਪਲਾਈ ਨਹੀਂ ਕਰਾਂਗੇ ਠੀਕ ਹੈ ਜੀ ਕ੍ਰਾਸ ਮਲਟੀਪਲਾਈ ਕਰਕੇ ਆਪਣਾ ਆਨਸਰ ਆ ਗਿਆ 25 ਮਾਈਨਸ ਕਰ ਦਾਂਗੇ ਕਿਉਂਕਿ ਇੱਥੇ ਕੀ ਹੈ ਮਾਈਨਸ ਹੈ ਇਹਨੂੰ ਇਧਰ ਮਲਟੀਪਲਾਈ ਤਾਂ ਕਰਾਂਗੇ ਜਦੋਂ ਆਪਾਂ ਇਹਦਾ ਸਕੁਆਇਰ ਕਰਤਾ 4 4 ਆ 16 ਨੂੰ 1 ਨਾਲ ਮਲਟੀਪਲਾਈ ਕੀਤਾ 16 ਆ ਗਿਆ ਦੈਨ ਆਪਣੇ ਕੋਲ ਕੀ ਹੈ 13 ਦਾ ਸਕੁਆਇਰ ਯਾਨੀ ਕਿ 169 ਇਹਨੂੰ ਇਧਰ ਮਲਟੀਪਲਾਈ ਕੀਤਾ 169 ਮਾਈਨਸ ਕਰਾਂਗੇ ਪਹਿਲਾਂ ਦਾ ਸਕੁਆਇਰ ਕਰਕੇ ਫਿਰ ਇਹਦੇ ਨਾਲ ਮਲਟੀਪਲਾਈ 12 ਦਾ ਸਕੁਆਇਰ ਕੀਤਾ 144 ਆ ਗਿਆ ਦੈਨ cos ਇਨਵਰਸ ਨੂੰ ਆਪਾਂ ਐਜ਼ ਇਟ ਇਜ਼ ਲਿਖ ਦਾਂਗੇ ਦੈਨ ਤੁਸੀਂ ਦੇਖੋ ਆਪਣੇ ਕੋਲ 48 ਅਪੋਨ ਦੇ ਵਿੱਚ 65 ਐਜ਼ ਇਟ ਇਜ਼ ਆ ਜਾਊਗਾ ਮਾਈਨਸ ਹੁਣ ਤੁਸੀਂ ਦੇਖੋ 25 ਦਾ ਰੂਟ ਕੀਤਾ 5 ਆ ਗਿਆ ਹੁਣ 25 ਦੇ ਵਿੱਚੋਂ 16 ਨੂੰ ਜੇ ਆਪਾਂ ਮਾਈਨਸ ਕਰੀਏ ਤਾਂ ਇਹ 9 ਆਉਂਦਾ 9 ਦਾ ਜੇ ਆਪਾਂ ਰੂਟ ਕਰੀਏ ਕਿਉਂਕਿ ਇੱਥੇ ਕੀ ਸੀਗਾ ਰੂਟ ਸੀਗਾ 9 ਦਾ ਰੂਟ ਕਰੀਏ ਯਾਨੀ ਕਿ 3 ਆਉਂਦਾ ਕਿਉਂਕਿ 3 3 ਹੈ ਕਿੰਨਾ ਹੁੰਦਾ 9 ਹੁੰਦਾ ਤਾਂ ਆਪਣੇ ਕੋਲ ਇੱਥੇ ਕਿੰਨਾ ਆ ਜਾਊਗਾ 3 ਆ ਜਾਊਗਾ ਤੇ ਮਲਟੀਪਲਾਈ ਦੇ ਵਿੱਚ ਆਪਣੇ ਕੋਲ ਕੀ ਆਊਗਾ 169 ਦਾ ਰੂਟ ਕੀਤਾ 13 ਆ ਗਿਆ ਦੈਨ ਤੁਸੀਂ ਦੇਖੋ 169 ਦੇ ਵਿੱਚੋਂ 144 ਨੂੰ ਆਪਾਂ ਮਾਈਨਸ ਕਰਾਂਗੇ ਤਾਂ ਇਹ ਆਪਣੇ ਕੋਲ ਆ ਗਿਆ 25 ਦਾ ਕੀ ਕਰਾਂਗੇ ਆਪਾਂ ਰੂਟ ਕਰਾਂਗੇ ਇਹਦਾ ਰੂਟ ਕੀਤਾ 5 ਆ ਗਿਆ ਕਿਉਂਕਿ 5 ਆ ਕਿੰਨੇ ਹੁੰਦੇ ਆ 25 ਹੁੰਦੇ ਆ ਤਾਂ 5 ਆ ਗਿਆ ਹੁਣ ਇਹਨੂੰ ਆਪਾਂ ਇਹਦੇ ਨਾਲ ਕੈਂਸਲ ਨਹੀਂ ਕਰਾਂਗੇ ਕਿਉਂਕਿ ਆਪਾਂ ਐਲਸੀਐਮ ਲੈਣਾ ਉਹ ਲੈਣਾ ਆਸਾਨ ਹੋ ਜੇ ਇਸ ਕਰਕੇ ਤਾਂ cos ਇਨਵਰਸ ਆ ਜਾਊਗਾ ਦੈਨ ਤੁਸੀਂ ਦੇਖੋ ਇੱਥੇ ਆਪਣੇ ਕੋਲ 65 ਤੇ 48 ਐਜ਼ ਇਟ ਇਜ਼ ਤੇ ਮਾਈਨਸ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ 65 ਇਹਨੂੰ ਇਹਦੇ ਨਾਲ ਕੀਤਾ 15 ਆ ਗਿਆ नीचे टर्म सेम है यानी कि 65 आ गया उपरलियां ਨੂੰ ਐਜ਼ ਇਟ ਇਜ਼ ਲਿਖ ਲਓ ਜਦੋਂ ਨੀਚੇ ਵਾਲੀਆਂ ਸੇਮ ਹੋਣ ਜੇ ਨੀਚੇ ਵਾਲੀਆਂ ਸੇਮ ਨਹੀਂ ਹੈਗੀਆਂ ਫਿਰ ਆਪਾਂ ਕ੍ਰਾਸ ਮਲਟੀਪਲਾਈ ਕਰਾਂਗੇ ਠੀਕ ਹੈ ਜੀ ਤਾਂ 48 15 ਦੈਨ ਤੁਸੀਂ ਦੇਖੋ cos ਇਨਵਰਸ ਦੈਨ 48 ਦੇ ਵਿੱਚੋਂ 15 ਨੂੰ ਜੇ ਆਪਾਂ ਮਾਈਨਸ ਕਰੀਏ ਤਾਂ ਉਹ ਆਉਂਦਾ 33 ਯਾਨੀ ਕਿ 33/65 ਹੁਣ ਤੁਸੀਂ ਦੇਖੋ ਇਹ ਆਪਣਾ ਆਨਸਰ ਪਿਆ ਯਾਨੀ ਕਿ ਲੈਫਟ ਹੈਂਡ ਸਾਈਡ is equals to right hand side ਇਹ ਲਿਖਣ ਤੋਂ ਬਾਅਦ ਤੁਸੀਂ ਲਿਖ ਦਿਆ ਕਰੋ cos inverse 33/65 is equals to cos inverse 33/65 ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਸੈਕੰਡ ਪਾਰਟ ਇਹਦਾ ਆਸਾਨ ਹੀ ਸੀਗਾ ਕਿਉਂਕਿ ਇਹਦੀ ਕੈਲਕੂਲੇਸ਼ਨ ਵੀ ਬਹੁਤ ਜ਼ਿਆਦਾ ਘੱਟ ਸੀਗੀ ਉਹ ਡਬਲ ਸੀਗਾ ਜਿਹੜਾ 8 ਸਮ ਆਪਾਂ ਕਰਕੇ ਆਏ ਆ ਉਹ ਡਬਲ ਸੀਗਾ ਬਟ ਇਹਦਾ ਸਿੰਗਲ ਹੀ ਯੂਜ਼ ਹੋਇਆ नेक्स्ट है जी अपने को 9th सम दा सेकंड पार्ट हुन तुसी देखो अपने को की लेफ्ट हैंड साइड दे विच एक टर्म है इधर की दो टर्म है ठीक है तो आपा की लवांगे राइट हैंड साइड लवांगे हुन तुसी देखो राइट हैंड साइड दे विच की अपने को एक साइन है एक cos है ते इधर आपा की कीते सीगे दोनों रकमां जेहड़ियां सीगियां ओ सेम सीगे यानी कि जेहड़ियां टर्म्स है जिवें कि sin sin cos cos इक्वल सीगे इथे ਹੁਣ ਇੱਥੇ ਕੀ ਹੈ ਇੱਕ ਸਾਈਨ ਹੈ ਇੱਕ cos ਹੈ ਆਪਾਂ ਕੀ ਕਰਾਂਗੇ ਇੱਧਰ ਆਪਾਂ ਨੂੰ ਕੀ ਚਾਹੀਦਾ ਸਾਈਨ ਚਾਹੀਦਾ ਇੱਥੇ ਸਾਈਨ ਹੈਗਾ ਇਹਨੂੰ ਵੀ ਆਪਾਂ ਸਾਈਨ ਦੇ ਵਿੱਚ ਕਨਵਰਟ ਕਰ ਲਾਂਗੇ ਇਹਨੂੰ ਕਿਵੇਂ ਕਨਵਰਟ ਕਰਾਂਗੇ ਤੁਸੀਂ ਦੇਖੋ cos ਆਪਣੇ ਕੋਲ ਕੀ ਹੁੰਦਾ ਹੈ ਬੇਸ ਅਪਨ ਹਾਈਪੋਟੇਨਸ ਹੁੰਦਾ ਹੈ ਨਾ ਬੇਸ ਯਾਨੀ ਕਿ ਆਪਣੇ ਕੋਲ ਕਿੰਨਾਗਾ 3 ਹੈ ਐਂਡ ਹਾਈਪੋਟੇਨਸ ਆਪਣੇ ਕੋਲ 5 ਹੈ ਆਪਣੇ ਕੋਲ ਫਾਰਮੂਲਾ ਹੁੰਦਾ ਹੈ h² p² b² यानी कि परपेंडिकुलर दा स्क्वायर ते बेस दा स्क्वायर हाइपोटेन्यूस अपने कोल हैगा 5 दा स्क्वायर करांगे इज इक्वल्स टू परपेंडिकुलर दा स्क्वायर एज इट इज प्लस बेस दा स्क्वायर यानी कि 3 दा स्क्वायर कर देंगे एदा स्क्वायर कितना 25 इज इक्वल्स टू p स्क्वायर प्लस एदा स्क्वायर कितना 9 इधर प्लस दा इधर ले आओ माइनस दा हो जाऊगा देन p स्क्वायर इनु अपन अंडर रूट कर देंगे इज इक्वल्स टू p क्योंकि देखो इधर क्या स्क्वायर है इधर आके क्या हो गया रूट हो गया इनू माइनस किया 16 आ गया 16 का रूट किया 4 आ गया यानी कि परपेंडिकुलर अपना 4 आ गया तो इनू आप कन्वर्ट करते हैं हुण अपने को आ दो टर्म्स आप लिखांगे ठीक है जी सब तो पहला इनू लिख लेंगे साइन इनवर्स 5/13 एज इट इज प्लस इनू भी आप साइन दे विच कन्वर्ट कर रहे हैं इस करके साइन इनवर्स लिखांगे दैन तुसीं देखो अपने को साइन कादे इक्वल्स टू हुंदा है परपेंडिकुलर अपॉन हाइपोटेनियस परपेंडिकुलर अपने को कितना है 4 आया यानी कि ऊपर की लिख लांगे 4 अपॉन दे विच हाइपोटेनियस अपने को कितना सीगा 5 सीगा यानी कि 5 लिख लांगे ठीक है जी इस तो बाद हुण आपां इन्हां तो ना सॉल्व करांगे आ वाला फार्मूला यूज करके अपने को की है
साइन इनवर्स x यानी कि 5/13, y यानी कि 4/5, 5/13, देन ये अंडर रूट 1 माइनस वाई का स्क्वायर यानी कि 4/5 का स्क्वायर प्लस y यानी कि अपने को 4/5 है, देन अपने को अंडर रूट 1 माइनस एक्स स्क्वायर यानी कि 5/13 का स्क्वायर कर देंगे। ठीक है जी, इस तो बाद साइन इनवर्स एज इट इज, देन तुसी देखो 5/13 ਨੂੰ ਵੀ एज इट इज लिख ਲੈਣੇ ਆ अंडर रूट ਇਹਨੂੰ ਹੁਣ ਆਪਾਂ ਇੱਧਰ ਮਲਟੀਪਲਾਈ ਕਰਨਾ ਹੈ, ਇਸ ਕਰਕੇ ਆਪਾਂ ਕੀ ਕਰ ਦਾਂਗੇ ਦਾ स्क्वायर कर देंगे यानी कि 25, 5 का स्क्वायर किया 25, ਇਹਨੂੰ ਇੱਧਰ ਮਲਟੀਪਲਾਈ ਕੀਤੀ 25 माइनस 4 का स्क्वायर किया 16, 16 ਨੂੰ ਇੱਧਰ ਮਲਟੀਪਲਾਈ ਕੀਤਾ 16 आ गया प्लस 4/5 एज इट इज अंडर रूट 13 का स्क्वायर किया 169, 13 ਨੂੰ ਆਪਾਂ ਹੁਣ ਇੱਧਰ क्रॉस मल्टीप्लाई कर रहे हैं तो 169 माइनस इधर माइनस सीधा माइनस लग गया। ਹੁਣ ਇਹਨੂੰ इधर मल्टीप्लाई ਕਰਨ ਦੇ ਲਈ ਪਹਿਲਾਂ ਆਪਾਂ ਕੀ ਕਰਾਂਗੇ ਸਕੁਆयर ਕਰਾਂਗੇ, 5 ਦਾ ਸਕੁਆयर ਕੀਤਾ 25 ਨੂੰ इधर मल्टीप्लाई ਕੀਤਾ 25 ਆ ਗਿਆ। देन साइन इनवर्स एज इट इज 5/13 भी एज इट इज। ਹੁਣ ਆਪਾਂ ਕੀ ਕਰਾਂਗੇ ਇਹਨੂੰ ਮਾਈਨਸ ਕਰਾਂਗੇ, 25 ਦੇ ਵਿੱਚੋਂ 16 ਨੂੰ ਮਾਈਨਸ ਕੀਤਾ ਆਪਣੇ ਕੋਲ ਕਿੰਨਾ ਆ ਗਿਆ 9 ਆ ਗਿਆ। ਤੁਸੀਂ ਦੇਖੋ ਮਾਈਨਸ ਕਰਕੇ 9 ਆਉਂਦਾ, ਇੱਥੇ ਕੀ ਆਪਣੇ ਕੋਲ रूट है, रूट यानी कि ਇਹਦਾ रूट ਕਰਾਂਗੇ यानी कि 3 आ गया, यानी कि मल्टीप्लाई 3 अपॉन दे विच 25 है, 25 का रूट की हुंदा 5 हुंदा क्योंकि 5 है 25, देन प्लस 4/5 एज इट इज मल्टीप्लाई अपॉन दे विच 169 ਦਾ ਆਪਾਂ ਹੁਣੇ रूट करके आए यानी कि 13। ਹੁਣ ਆਪਾਂ ਇਹਨੂੰ ਇਹਦੇ ਵਿੱਚੋਂ ਮਾਈਨਸ ਕਰ ਲੈਣੇ ਆ 169 ਐਂਡ 25 ਇਹ ਆਪਣੇ ਕੋਲ ਆ ਗਿਆ 144 ਆ ਗਿਆ। 144 ਕਿਹਦਾ रूट ਹੁੰਦਾ 12 ਦਾ यानी कि 12 ਆਪਾਂ लिख ਲਾਂਗੇ। ਹੁਣ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ, ਕਿਤੇ ਵੀ ਆਪਾਂ ਜੇ ਕੈਨਸਲ ਹੁੰਦਾ ਵੀ ਹੈ ਨਹੀਂ ਕਰਾਂਗੇ ਕਿਉਂਕਿ ਆਪਾਂ ਐਲਸੀਐਮ ਲੈਣਾ ਤਾਂ ਸਾਈਨ ਇਨਵਰਸ, ਦੈਨ ਤੁਸੀਂ ਦੇਖੋ ਆਪਣੇ ਕੋਲ ਪਲੱਸ ਆ ਜਾਊਗਾ ਇੱਥੇ ਐਂਡ ਇਹਨੂੰ ਇਧਰ ਮਲਟੀਪਲਾਈ ਕੀਤਾ 65, ਇਹਨੂੰ ਇਧਰ ਕੀਤਾ 65, ਇਹਨੂੰ ਇਧਰ ਕੀਤਾ 15 आ गया, 12 4 या 48, नीचे की है टर्म सेम है, ऊपर की हो जाएगा सीधा ऐड हो जाएगा, क्रॉस मल्टीप्लाई नहीं होगी यानी कि 65 ऊपर अपने को 15 प्लस 48 है, देन साइन इनवर्स अपॉन दे विच 65 इन्हां दोनों ਨੂੰ ऐड करके कितना होना चाहिए 63 होना चाहिए यानी कि 48 ते 15 यानी कि अपना आ गया 63। ਹੁਣ ਤੁਸੀਂ देखो ये अपनी की है राइट हैंड साइड है, ये अपनी लेफ्ट हैंड साइड है जी कि इक्वल प्रूफ हो चुकी है, तो आप लिख सकते हैं लेफ्ट हैंड साइड इज इक्वल्स टू राइट हैंड साइड। देन आंसर कितना आया सी साइन इनवर्स 63/65 इज इक्वल्स टू साइन इनवर्स 63/65। ਹੁਣ ਆਪਾਂ ਕਰਾਂਗੇ ਦਾ थर्ड पार्ट। थर्ड पार्ट ਦੇ ਵਿੱਚ ਤੁਸੀਂ ਦੇਖੋ ਆਪਣੇ ਕੋਲ ਕੀ ਲੈਫਟ हैंड साइड है ਤੇ राइट हैंड साइड है। राइट हैंड साइड ਦੇ ਵਿੱਚ ਕੀ ਹੈ ਇੱਕ प्रोडक्ट है, इधर की है दो रेक्टेंगल्स हैगे, ठीक है। ਹੁਣ ਤੁਸੀਂ ਦੇਖੋ ਇਹਨੂੰ ਆਪਾਂ ਸੋल्व ਕਰਾਂਗੇ ਤੇ ਇਹ ਆਪਾਂ ਕੀ ਹੈ ਆਨਸਰ ਕੱਢਾਂਗੇ यानी कि ਆਪਾਂ ਲਿਖ ਸਕਦੇ ਹਾਂ ਲੈਫਟ हैंड साइड। ओके जी, ਹੁਣ ਆਪਣੇ ਕੋਲ ਚਾਹੀਦਾ ਕਿ ਆਪਾਂ ਨੂੰ ਸਾਈਨ ਚਾਹੀਦਾ ਤਾਂ ਕਰਕੇ ਇੱਥੇ ਵੀ ਸਾਈਨ ਹੈ, ਹੁਣ ਆਪਾਂ ਇਹਨੂੰ ਵੀ ਸਾਈਨ ਦੇ ਵਿੱਚ ਕਨਵਰਟ ਕਰਾਂਗੇ, ठीक है जी। ਤਾਂ cos 12/13 है, ये अपना होंगे बेस, ये अपना हाइपोटेनियस, देन h स्क्वायर इज इक्वल टू p स्क्वायर प्लस b स्क्वायर, h स्क्वायर यानी कि 13 का स्क्वायर कर देंगे इज इक्वल टू p स्क्वायर एज इट इज प्लस b स्क्वायर यानी कि 12 का स्क्वायर कर देंगे। 13 का स्क्वायर किया 169, 12 का स्क्वायर करके इधर ले आवांगे यानी कि -144 इज इक्वल टू p, ਇਹਦਾ ਆਪਾਂ अंडर रूट करता क्योंकि p का स्क्वायर से इधर आके की हो गया रूट हो गया। ਇਹਨੂੰ ਆਪਾਂ ਮਾਈਨਸ ਕੀਤਾ 25 ਦਾ रूट ਕੀਤਾ ਆਪਣੇ ਕੋਲ ਕਿੰਨਾ ਆ ਗਿਆ 5 यानी कि 5 इज इक्वल्स टू आ गया p यानी कि परपेंडिकुलर थी, ठीक है जी। ਇਸ ਤੋਂ ਬਾਅਦ ਤੁਸੀਂ ਦੇਖੋ ਸਾइन ਨੂੰ ਆਪਾਂ ਕਿਵੇਂ ਲਿਖ ਸਕਦੇ ਹੁੰਦੇ ਆ परपेंडिकुलर अपॉन हाइपोटेनियस। परपेंडिकुलर ਆਪਣੇ ਕੋਲ 5 ਆਇਆ, हाइपोटेनियस ਆਪਣੇ कोल कितना ਸੀਗਾ 13 ਸੀਗਾ, ਤਾਂ ਆਪਾਂ ਲਿਖ ਸਕਦੇ ਆ sin इनवर्स ਕਾਦੇ ਇਕੁਅਲਸ ਟੂ ਹੈ 5/13 प्लस साइन इनवर्स 3/5 ये ਆਪਾਂ ਕੀ सॉल्व भी करना है, ठीक है जी। ਇਹਨਾਂ ਦੋਨਾਂ ਤੇ ਆਪਾਂ ਫਾਰਮੂਲਾ ਅਪਲਾਈ ਕਰਾਂਗੇ। ਹੁਣ साइन है यानी कि साइन इनवर्स एज इट इज
फॉर्मूले के अकॉर्डिंग अपने को एक्स एक्स यानी कि आवली टर्म, y यानी कि आवली टर्म, x यानी कि 5/13 आ गया। देन अपने को अंडर रूट 1 माइनस वाई द स्क्वायर यानी कि 3/5 द स्क्वायर करता। देन की प्लस है तो प्लस लावांगे। देन की y यानी कि 3/5 है। अंडर रूट 1 माइनस एक्स स्क्वायर का मतलब की है 1 माइनस 5/13 का स्क्वायर कर देंगे। नेक्स्ट आप की करेंगे साइन इनवर्स नु एज इट इज, इनू भी आप एज इट इज लिखांगे। देन 5 का स्क्वायर किया 25, क्रॉस मल्टीप्लाई की, पहला क्रॉस मल्टीप्लाई करने के लिए स्क्वायर करांगे यानी कि 25 चो माइनस करांगे क्योंकि इथे माइनस सीगा। हुन पहला आप 3 नु इधर मल्टीप्लाई करने के लिए 3 का स्क्वायर करांगे। 3 का स्क्वायर किया 9, 9 नु इधर मल्टीप्लाई किया 9 आ जाएगा प्लस 3/5 एज इट इज, देन अंडर रूट अपॉन इधर स्क्वायर करते हैं यानी कि 169। हम क्रॉस मल्टीप्लाई करके यानी कि 169 माइनस करांगे 5 का स्क्वायर करके इधर मल्टीप्लाई यानी कि 25 आ गया। ठीक है जी, साइन इनवर्स अपना एज इट इज आ जाएगा। देन 5/13 मल्टीप्लाई 25 का रूट कितना 5 आ गया क्योंकि 5 5 या 25, 25 ਦੇ ਵਿੱਚੋਂ 9 माइनस कितने कितने आ गए 16, 16 का रूट कितना अपने को 4 आ जाएगा। कैलकुलेशन ਜਿਹੜੀ ਹੈਗੀ ਆ ਉਹ ਸਟਰੋਂਗ ਕਰਨੀ ਪਊਗੀ ਕਿਉਂਕਿ ਇਹ ਸਮਸ ਹੈਗੇ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਅੱਧਾ ਆਉਂਦਾ ਹੁੰਦਾ ਹੈ ਜੋ ਕਿ ਮੈਂ ਤੁਹਾਨੂੰ ਇੰਪੋਰਟੈਂਟ ਕੁਐਸਚਨਸ ਦੇ ਵਿੱਚ ਦੱਸ ਦੂੰਗੀ। ਠੀਕ ਹੈ ਜੀ, ਇਹ ਦੁਆ प्लस 3/5 एंड मल्टीप्लाई अपॉन ਦੇ ਵਿੱਚ 169 ਦਾ रूट ਕੀਤਾ ਆਪਾਂ 13 ਆ ਗਿਆ। 169 ਦੇ ਵਿੱਚ 25 ਨੂੰ ਮਾਈਨਸ ਕਰੋ ਕਿੰਨਾ ਆ ਗਿਆ 144। ਇੱਥੇ ਕੀ ਹੈ रूट, ਇਹਦਾ रूट ਕੀਤਾ ਕਿੰਨਾ ਆ ਗਿਆ 12 ਆ ਗਿਆ यानी कि ਇੱਥੇ ਕਿੰਨਾ ਆ ਜਾਊਗਾ 12 ਆ ਜਾਊਗਾ। ਹੁਣ ਤੁਸੀਂ ਦੇਖੋ ਇਹਨੂੰ ਆਪਾਂ ਕੈਨਸਲ ਨਹੀਂ ਕਰਾਂਗੇ, ਜੇ ਕੁਝ ਹੁੰਦਾ ਵੀ ਕੈਨਸਲ, ਹੁਣ ਇੱਥੇ ਮੰਨ ਲਓ 5 ਕੈਨਸਲ ਹੋ ਰਿਹਾ ਆਪਾਂ ਇਹਨੂੰ ਨਹੀਂ ਕੈਨਸਲ ਕਰਾਂਗੇ ਕਿਉਂਕਿ ਆਪਾਂ ਐਲਸੀਐਮ ਲੈਣਾ, ਇਸ ਕਰਕੇ प्लस ਲਾ ਲਾਂਗੇ एंड ਇਹਨੂੰ ਇਧਰ ਮਲਟੀਪलाई ਕੀਤਾ 65 ਘਟ ਗਿਆ ਹੁੰਦਾ 65, 5 ਨੂੰ 4 ਨਾਲ ਮਲਟੀਪलाई ਕੀਤਾ 20, ਇਹਨੂੰ ਇਧਰ ਮਲਟੀਪलाई ਕੀਤਾ 36 एंड देन साइन इनवर्स एज इट इज, नीचे टर्म्स सेम है यानी कि ऊपर की हो जाएंगे ऐड हो जाएंगे, क्रॉस मल्टीप्लाई करने की लोड़ नहीं है। देन अपने को ये साइन इनवर्स 65 नीचे आ गया, नीचे 65 है ये भी 65 है, ये चीज देख के बहुत स्माइल आउंदी हुंदी मुझे भी आंसर आ गया। देन तुसी देखो 20 ਦੇ ਵਿੱਚ 36 ਨੂੰ ਜੇ ਆਪਾਂ ਪਲੱਸ ਕਰਦੇ ਆ 56 ਹੀ ਆਊਗਾ। 20 ਦੇ ਵਿੱਚ 36 ਨੂੰ ਪਲੱਸ ਕਰਦੇ ਆ 5 ਤੇ 6, then 56 आ गया यानी कि लेफ्ट हैंड साइड इज इक्वल्स टू राइट हैंड साइड, यानी कि साइन इनवर्स 56/65 इज इक्वल्स टू साइन इनवर्स 56/65। हुण आपां करदे हां नेक्स्ट सम, ਇਹਦਾ फोर्थ पार्ट की एनसीईआरटी ਦਾ यानी कि इंपॉर्टेंट है। ठीक है जी, ਇਹ ਤੋਂ ਬਾਅਦ ਤੁਸੀਂ ਦੇਖੋ ਆਪਣੇ ਕੋਲ ਕੀ tan ਆਪਾਂ ਨੂੰ ਚਾਹੀਦਾ ਹੈ, ਆਪਣੇ ਕੋਲ ਕੀ ਹੈ ਹੁਣ ਦੇਖੋ ਆਪਾਂ ਆਨਸਰ ਕੀ ਸਿੰਗਲ ਦੇ ਵਿੱਚ ਹੀ ਕੱਢ ਸਕਦੇ ਹੁੰਦੇ ਯਾਨੀ ਕਿ ਇਹਨੂੰ ਤਾਂ ਆਪਾਂ ਸੋਲਵ ਨਹੀਂ ਕਰਾਂਗੇ ਯਾਨੀ ਕਿ ਰਾਈਟ ਹੈਂਡ ਸਾਈਡ ਨੂੰ ਆਪਾਂ ਸੋਲਵ ਕਰਾਂਗੇ ਤੇ ਆਪਾਂ ਨੂੰ ਚਾਹੀਦਾ ਕੀ ਹੈ tan ਚਾਹੀਦਾ ਯਾਨੀ ਕਿ ਇਹਨਾਂ ਦੋਨਾਂ ਨੂੰ ਆਪਾਂ ਕਨਵਰਟ ਕਰਾਂਗੇ ਹੁਣ tan ਦੇ ਵਿੱਚ। ਠੀਕ ਹੈ ਜੀ, tan ਕਾਹਦੇ ਇਕੁਅਲਸ ਟੂ ਹੁੰਦਾ ਹੈ ਪਰਪੈਂਡੀਕੂਲਰ ਅਪਨ ਬੇਸ ਦੇ। सब तो पहले अपने को क्या sin 5/13, sin कादे इक्वल्स टू है 5/13 ਦੀ। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੁੰਦਾ ਹੈ ਇਹ ਕੀ ਹੈ ਪਰਪੈਂਡੀਕੂਲਰ ਅਪਨ ਦੇ ਵਿੱਚ ਹਾਈਪੋਟੇਨਸ, ਇਹਨੂੰ ਆਪਾਂ ਕੀ ਕਰਾਂਗੇ ਫਾਰਮੂਲੇ ਦੇ ਵਿੱਚ ਪੁੱਟ ਕਰਾਂਗੇ x² p² b², h² यानी कि 13 ਦਾ ਸਕੁਆਇਰ इज इक्वल्स टू परपेंडिकुलर ਦਾ ਸਕੁਆਇਰ यानी कि 5 ਦਾ ਸਕੁਆਇਰ प्लस बेस ਦਾ ਸਕੁਆਇਰ, ਇਹਦਾ ਸਕੁਆਇਰ ਕੀਤਾ 169 माइनस 25 की सी प्लस 10 इधर आके क्या हो गया माइनस हो गया, इधर की स्क्वायर है यानी कि रूट हो जाएगा इज इक्वल्स टू b यानी कि बेस। 169 ਦੇ ਵਿੱਚੋਂ 25 ਨੂੰ ਮਾਈਨਸ ਕੀਤਾ 144, ਇਹਦਾ ਹੁਣ ਆਪਾਂ ਰੂਟ ਕੀਤਾ ਤਾਂ ਕਾਦੇ ਇਕੁਅਲਸ ਟੂ ਆ ਗਿਆ 12 ਦੇ ਇਕੁਅਲਸ ਟੂ ਆ ਗਿਆ यानी कि साइन ਨੂੰ ਜੇ ਆਪਾਂ tan ਦੇ ਵਿੱਚ ਕਨਵਰਟ ਕਰਨਾ ਤਾਂ tan ਫਾਰਮੂਲਾ ਕੀ ਹੁੰਦਾ ਪਰਪੈਂਡੀਕੂਲਰ ਅਪਨ ਬੇਸ, ਤਾਂ tan अपना कादी इक्वल्स टू आज परपेंडिकुलर अपने कोल कितना सीगा कि 5 सीगा तो 5 अपॉन दे विच बेस कितना सी अपने कोल 12 निकलिया सी, यानी कि अपन लिख सकते हैं tan इनवर्स
ਇਹਦੀ ਜਗ੍ਹਾ ਆਪਾਂ ਕੀ ਲਿਖਾਂਗੇ 5/12 ਦੈਨ ਕੀ ਹੈ ਪਲੱਸ cos है cos ਨੂੰ ਹੁਣ ਆਪਾਂ ਕਨਵਰਟ ਕਰਾਂਗੇ tan ਦੇ ਵਿੱਚ cos ਦਾ ਫਾਰਮੂਲਾ ਕਾਹਦੇ ਇਕੁਅਲਸ ਟੂ ਹੁੰਦਾ ਹੈ बेस अपॉन हाइपोटेनियस बेस अपने को 3 है एंड हाइपोटेनियस 5 है तो h स्क्वायर इज इक्वल टू p स्क्वायर प्लस b स्क्वायर दे h स्क्वायर यानी कि 5 का स्क्वायर इज इक्वल टू p स्क्वायर यानी कि अपने को एज इट इज आ जाऊगा प्लस b स्क्वायर यानी कि 3 का स्क्वायर इधर स्क्वायर कितना 25 माइनस हो जाऊगा a अपना स्क्वायर होके इधर माइनस हो जाऊगा तो 3 3 एंड 9 इज इक्वल टू p ए हो जाऊगा अंडर रूट क्योंकि एक ही सीगा स्क्वायर से इधर आके क्या हो गया रूट हो गया ठीक है जी ए नु हुण आपां माइनस कीता 16 आ गया इधर की हो गया रूट सॉल्व करके अपने को आ गया 4 यानी कि परपेंडिकुलर कितना आ गया 4 आ गया हुण तुसीं देखो tan दा फार्मूला इक्वल्स टू हुंदा है परपेंडिकुलर अपॉन दे विच बेस अपने कोल सीगा 3 सीगा अपॉन दे विच 3 आ गया परपेंडिकुलर यानी कि 4 कढिया सी आपां यानी कि इत्थे tan दी वैल्यू कादे इक्वल्स टू आ जूगी tan इनवर्स 4/3 दे देन तुसी देखो एदा फार्मूला अपने को आ वाला ए वाला यूज नहीं करना ठीक है जी tan की प्लस दे विच है tan के ऊपर प्लस दे विच है पहला ਆਪਾਂ ਕੀ ਲਿਖਣਾ tan इनवर्स लिख लिया नेक्स्ट की है x plus y यानी कि a अपना x है a अपना y है यानी कि 5/12 प्लस 4/3 ब्रैकेट बड़ा कर लेने हैं अपॉन दे विच की अपने को 1 माइनस xy दी की इत्थे मल्टीप्लाई यानी कि इनु इतना मल्टीप्लाई 5/12 मल्टीप्लाई 4/3 देन की आ जाएगा tan इनवर्स पहला 12 नु 3 ना मल्टीप्लाई करांगे देन क्रॉस मल्टीप्लाई 12 नु 3 ना कीती 36 इनु इधर कीता 15 प्लस आ जाऊगा इनु इधर कीता 48 देन तुसी देखो नीचे अपने को क्या आ जाऊगा 1 माइनस इनु इधर मल्टीप्लाई कीता 20 इनु इधर मल्टीप्लाई कीता 36 एलसीएम इथे ले लेने हैं इनु इरेज करके 36 आ जाऊगा अपॉन दे विच पूरे दे अपॉन दे विच 36 हुन ऊपर भी 36 है नीचे भी है दोनों की हो गए कैंसिल हो गए आंसर दे विच tan इनवर्स आ गया 15 दे विच 48 नु ऐड करो अपने को आ गया 63 डिवाइड दे विच 36 है माइनस कितना 20 है इन्हां दोनों नु माइनस कर लेने हैं तो 16 आ गया आंसर अपने को आ गया 63/16 हुण तुसीं देखो चेक करो अपना आंसर की सेम आ रहा है यानी कि आप लिख सकते हैं लेफ्ट हैंड साइड इज इक्वल्स टू राइट हैंड साइड यानी कि tan इनवर्स 63/16 is equals to tan inverse 63/16 ਇਹ ਜਿਹੜੇ ਸਮ ਹੁਣ ਆਪਾਂ ਕੀਤੇ ਸੀ ਇਹਨਾਂ ਦੇ ਵਿੱਚ ਸਿਰਫ ਕੀ ਹੈ ਕੈਲਕੂਲੇਸ਼ਨਸ ਹੈ ਤੇ ਆ ਜਿਹੜੀ ਥਿਊਰਮ ਹੈ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਫਾਰਮੂਲਾ ਬਸ ਤੁਸੀਂ ਰਿਵਾਈਜ਼ ਕਰ ਲਓ ਬੇਸਿਕਲੀ ਇਹ ਨਿੱਕੀਆਂ ਕਲਾਸਾਂ ਦੇ ਵਿੱਚ ਆ ਜਾਂਦਾ ਤਾਂ ਤੁਹਾਨੂੰ ਰਟਿਆ ਹੋਣਾ ਚਾਹੀਦਾ ਠੀਕ ਹੈ ਜੀ ਤੇ ਆਹ ਵਾਲੇ ਫਾਰਮੂਲੇ ਵੀ ਤੁਹਾਨੂੰ ਰਿਵਾਈਜ਼ ਹੋਣੇ ਚਾਹੀਦੇ ਆ ਆਹ ਫਾਰਮੂਲੇ ਵੀ ਤੁਹਾਨੂੰ ਰਿਵਾਈਜ਼ ਹੋਣੇ ਚਾਹੀਦੇ ਤਾਂ ਕਿ ਤੁਸੀਂ ਇਹ ਸਮ ਕਰ ਸਕੋ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ